ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਜਿਸ ਰਿਪੋਰਟ ਦੇ ਵਿੱਚ ਵੀ ਜਿਹਦਾ ਮੇਨ 10 ਪੇਜ ਆਪਾਂ ਆਪਣੀ ਵੈਬਸਾਈਟ ਤੇ ਹੀ ਪਾਏ ਆ, ਜਨਤਕ ਕੀਤੇ ਨੇਗੇ, ਜਿਸ ਦੇ ਵਿੱਚ ਇਹ ਕਲੀਅਰ ਲਿਖਿਆ ਗਿਆ ਹੈਗਾ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਤਲਬ ਕੋਈ ਚੋਰੀ ਨਹੀਂ ਹੋਈ, ਕੋਈ ਬੇਅਦਬੀ ਨਹੀਂ ਹੋਈ, ਸੰਗਤਾਂ ਤੱਕ ਪਹੁੰਚੇ ਨੇ। ਕਿੰਨਾ ਗਾਰੰਟੀ ਦੇ ਸਕਦੇ ਹੋ ਤੁਸੀਂ ਕਿ ਇਹ ਮਤਲਬ ਇੱਕ ਮੁਲਾਜ਼ਮ ਦੋ ਮੁਲਾਜ਼ਮ ਗਲਤੀ ਕਰਦੇ ਆ ਹਨਾ, ਤੇ 16 ਵੱਡੇ ਅਧਿਕਾਰੀ ਤੇ ਇਸ ਮਸਲੇ ਦੇ ਵਿੱਚ ਸਸਪੈਂਡ ਕੀਤੇ ਜਾਂਦੇ ਹੋਣੇ ਵੀ ਚਾਹੀਦੇ ਆ, ਜ਼ਿੰਮੇਵਾਰੀ ਤਾਂ ਬਣਦੀ ਆ ਨਾ। ਇਹੀ ਪਰ ਜੇ ਸਸਪੈਂਡ ਕਰਤਾ ਤੇ ਮਾਮਲਾ ਦਰਜ ਕਰਾਉਣ ਦੇ ਵਿੱਚ ਐਸਜੀਪੀਸੀ ਕਿਉਂ ਕਤਰਾ ਰਹੀ ਹੈ? ਪਹਿਲੇ ਲੋਗੋਵਾਲ ਸਾਹਿਬ ਨੇ ਇਹੀ ਕਿਹਾ ਸੀਗਾ ਨਾ ਕਿ ਵੀ ਜੇ ਵੀ ਹੋਏਗਾ, ਕਿਸੇ ਹੋਰ ਨੇ ਤੇ ਨਹੀਂ ਕਿਹਾ ਸੀਗਾ, ਉਹਨਾਂ ਨੇ ਆਪ ਕਿਹਾ ਸੀਗਾ ਕਿ ਮਾਮਲਾ ਦਰਜ ਕਰਾਇਆ ਜਾਏਗਾ, ਤੇ ਅੱਜ ਉਹ ਬੈਕਫੁੱਟ ਤੇ ਕਿਉਂ ਆ ਰਹੇ ਨੇ? ਕਿ ਜਦੋਂ 1 2 3 ਮੁਲਾਜ਼ਮਾਂ ਦੀ ਕਰਪਸ਼ਨ ਕੀਤੀ, ਉਸ ਤੋਂ ਬਾਅਦ ਚੀਫ ਸੈਕਟਰੀ ਕਿੰਨੇ ਸਾਲ ਤੋਂ ਹੋ ਰਹੀ ਸੀ? ਚੀਫ ਸੈਕਟਰੀ ਤੋਂ ਕਿੰਨੇ ਸਾਲ ਤੋਂ ਹੋ ਰਹੀ ਸੀ ਕਰਪਸ਼ਨ? 2015 16 ਤੋਂ 15 16 ਤੋਂ 5 ਸਾਲ ਹੋ ਗਏ, 5-6 ਸਾਲ ਹੋ ਗਏ। 5-6 ਸਾਲ ਦੇ ਵਿੱਚ ਐਡੀ ਵੱਡੀ ਸ਼੍ਰੋਮਣੀ ਕਮੇਟੀ ਨੂੰ ਪਤਾ ਹੀ ਨਹੀਂ ਲੱਗਾ ਕਿ ਇਸੇ ਕਰਕੇ ਪਰ ਅੱਜ ਵੀ ਕੌਮ ਇਹ ਸਜ਼ਾ ਦੇਣ ਤੋਂ ਬਾਅਦ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਝਾੜ ਝਿੜਕਾਂ ਪੈਣ ਦੇ ਬਾਵਜੂਦ ਵੀ ਕੌਮ ਦੇ ਵਿੱਚ ਵਿਸ਼ਵਾਸ ਕਿਉਂ ਨਹੀਂ ਵਾਪਸ ਪੈਦਾ ਕਰ ਪਾ ਰਹੀ ਸ਼੍ਰੋਮਣੀ ਕਮੇਟੀ? ਸ਼੍ਰੋਮਣੀ ਕਮੇਟੀ ਨੂੰ ਚੁਣਿਆ ਕਿਨੇ? ਸਿੱਖਾਂ ਨੇ ਆ ਨਾ। ਉਹ ਸ਼੍ਰੋਮਣੀ ਜੇ ਚੁਣੇ ਆ, ਉਹਨਾਂ ਨੇ ਵੋਟ ਪਾ ਕੇ ਚੁਣੇ ਆ, ਤੇ ਸਵਾਲ ਕੋਈ ਹੋਰ ਅੰਗਰੇਜ਼ ਆ ਕੇ ਪੁੱਛਣਗੇ? ਆਪ ਦੇ ਸਿੱਖ ਹੀ ਤਾਂ ਪੁੱਛਣਗੇ ਨਾ। ਤੇ ਤੁਸੀਂ ਕਿਸੇ ਨੇ ਕਿਹਾ ਕਿ ਕਮਲਜੀਤ ਸਿੰਘ ਦੇ, ਬਾਜ ਸਿੰਘ ਦੇ, ਜਿਨ੍ਹਾਂ ਨੇ ਕਰਪਸ਼ਨ ਕੀਤੀ, ਕਰਪਸ਼ਨ 5 ਲੱਖ ਦੇ ਲਾਲਚ ਦੇ ਵਿੱਚ ਕੌਮ ਨੂੰ ਇਹ ਜਿਹੇ ਮਸਲੇ 'ਚ ਵਾੜਤਾ ਕਿ ਉਹਨਾਂ ਦੇ ਬਾਹਰ ਕੇ ਧਰਨਾ ਲਾਇਆ, ਕਿਤੇ ਉਹਨਾਂ ਦੀ ਬਾਹ ਮਰੋੜੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਐਡੇ ਵੱਡੀ। ਉਹ ਮੁਲਾਜ਼ਮ ਕਿਹਦੇ ਨੇ? ਹੈ ਜੀ, ਉਹ ਮੁਲਾਜ਼ਮ ਕਿਹੜੀ ਕਮੇਟੀ ਦੇ? ਉਹ ਸਿੱਖ ਕੌਮ ਦੀ ਸੰਸਥਾ ਸ਼੍ਰੋਮਣੀ ਕਮੇਟੀ ਦੇ ਸੀ। ਤੁਸੀਂ ਇਹ ਦੇਖੋ, ਬਰਗਾੜੀ ਕਾਂਡ 2015 ਚ ਹੋਇਆ, ਸੀਬੀਆਈ ਨੂੰ ਦੇਤਾ, ਕੱਢਤਾ ਸੀਬੀਆਈ ਨੇ, ਕੱਢਤਾ ਸਟੇਟ ਗਵਰਨਮੈਂਟ ਨੇ। ਨਹੀਂ ਕੱਢਦੀਆਂ, ਇਹ ਦੇਸ਼ ਦੀ ਹਕੂਮਤ ਸੀ, ਗੁਲਾਮ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੰਦ ਦੇਖ ਰਹੇ ਦਰਸ਼ਕਾਂ ਦਾ ਆਪ ਜੀ ਦਾ ਦਾਸ ਗੁਰਪ੍ਰੀਤ ਸਿੰਘ ਕੋਈ ਸਵਾਗਤ ਕਰਦਾ ਹੈ। ਦਿੱਲੀ ਦੇ ਵਿੱਚ ਅਸੀਂ ਮੌਜੂਦ ਹੈਗੇ ਆ, ਤੇ ਅੱਜ ਅਸੀਂ ਗੱਲਬਾਤ ਕਰਾਂਗੇ 328 ਸਰੂਪਾਂ ਦੇ ਮਸਲੇ ਦੇ ਉੱਪਰ, ਜੋ ਕਿ ਇਸ ਸਮੇਂ ਐਸਜੀਪੀਸੀ ਵਾਸਤੇ ਇੱਕ ਐਸੀ ਗਲੇ ਦੀ ਫਾਂਸ ਬਣੀ ਹੋਈ ਹੈ ਕਿ ਜਿਹਨੂੰ ਨਾ ਤਾਂ ਨਿਗਲਿਆ ਜਾ ਰਿਹਾ, ਨਾ ਤਾਂ ਥੁੱਕਿਆ ਜਾ ਰਿਹਾ। ਸੋ ਇਹ ਇੱਕ ਐਸਾ ਮਸਲਾ ਐਸਜੀਪੀਸੀ ਵਾਸਤੇ ਬਣਿਆ ਕਿ ਜਦੋਂ ਇਜਲਾਸ ਵੀ ਹੋ ਰਿਹਾ ਹੈ, ਤੇ ਇਜਲਾਸ ਦੇ ਵਿੱਚ ਵੀ ਇਸ ਮਸਲੇ ਦੇ ਉੱਪਰ ਜੋ ਹੈਗਾ ਬੀਬੀ ਕਰਨਜੀਤ ਕੌਰ ਔਰ ਚਾਵਲਾ, ਅਮਰਜੀਤ ਸਿੰਘ ਚਾਵਲਾ ਹਰਾਂ ਦੀ ਇੱਕ ਬਹਿਸ ਵੀ ਦੇਖਣ ਨੂੰ ਮਿਲ ਰਹੀ ਹੈ। ਔਰ ਉਹਦੇ ਵਿੱਚ ਐਸਜੀਪੀਸੀ ਦੇ ਜਿਹੜੇ ਹੈਗੇ ਨੁਮਾਇੰਦੇ ਜਿੱਥੇ ਬੈਠੇ ਹੋਏ ਨੇ, ਕਿਰਨਜੋਤ ਕੌਰ ਵੀ ਆਪ ਹੀ ਕਹਿ ਰਹੇ ਹੈ ਕਿ ਇਸ ਮਸਲੇ ਨੂੰ ਚੱਜ ਨਾਲ ਸ਼੍ਰੋਮਣੀ ਕਮੇਟੀ ਹੈਂਡਲ ਨਹੀਂ ਕਰ ਸਕੀ, ਜਿਸ ਕਰਕੇ ਵਿਸ਼ਵ ਦੇ ਵਿੱਚ ਵਿਵਾਦਤ ਮੁੱਦਾ ਇਸ ਤਰੀਕੇ ਪੇਸ਼ ਆ ਰਿਹਾ ਹੈ ਕਿ ਸ਼ਾਇਦ ਇਹ ਵਾਕਈ ਸ਼੍ਰੋਮਣੀ ਕਮੇਟੀ ਵਾਸਤੇ ਵੀ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਕਿਤੇ ਨਾ ਕਿਤੇ ਮਿਸਮੈਨੇਜਮੈਂਟ ਤਾਂ ਹੋਈ ਆ। ਸੋ ਸਵਾਲਾਂ ਦੇ ਜਵਾਬ ਲਵਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਅਹੁਦੇਦਾਰਾਂ ਤੋਂ। ਉਹਨਾਂ ਦੇ ਮੈਂਬਰ ਸਾਡੇ ਨਾਲ ਮੌਜੂਦ ਨੇ। ਭਾਈ ਸਾਹਿਬ ਗੁਰਪ੍ਰੀਤ ਸਿੰਘ ਝੱਬਰ ਸਾਹਿਬ ਸਾਡੇ ਨਾਲ, ਜੋ ਕਿ ਮਾਨਸਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ। ਹੋਰ ਕਈ ਮੋਰਚਿਆਂ ਤੇ ਤੁਸੀਂ ਇਹਨਾਂ ਨੂੰ ਦੇਖਿਆ ਵੀ ਹੋਏਗਾ, ਹੋਰ ਮੋਰਚੇ ਲਾਉਂਦੇ ਵੀ ਨੇ, ਨੌਜਵਾਨ ਨੇ। ਔਰ ਇਹਨਾਂ ਤੋਂ ਹੀ ਅਸੀਂ ਗੱਲਬਾਤ ਕਰਾਂਗੇ ਕਿ 328 ਸਰੂਪਾਂ ਦਾ ਜਿਹੜਾ ਮਸਲਾ ਹੈਗਾ, ਜਿਸ ਤਰੀਕੇ ਹਾਈਲਾਈਟ ਹੋ ਕੇ ਬਾਹਰ ਆਇਆ, ਪੜਤਾਲੀਆ ਕਮੇਟੀ ਤੱਕ ਇਹਦੇ ਵਿੱਚ ਚੱਲਦੀ ਹੈਗੀ ਆ। ਸਾਰੇ ਗੱਲਾਂ ਬਾਤਾਂ ਦੇ ਅਸੀਂ ਜਵਾਬ ਲਵਾਂਗੇ। ਪਹਿਲੇ ਗੁਰਫਤਿਹ ਦੀ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਝੱਬਰ ਸਾਹਿਬ, ਕੀ ਕਹਿਣਾ ਚਾਹੋਗੇ? ਸਿੱਧਾ ਆਪਾਂ 328 ਸਰੂਪਾਂ ਦੇ ਮੁੱਦਿਆਂ ਤੇ ਹੀ ਆਉਂਦੇ ਆ। ਤੁਸੀਂ 328 ਕਹਿੰਦੇ ਹੋ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤਾਂ 400 ਤੱਕ ਦੀ ਗਿਣਤੀ ਵੀ ਕਹਿੰਦੇ ਆ, ਔਰ ਵਿਰੋਧੀ ਧਿਰਾਂ ਤਾਂ ਸ਼ਾਇਦ ਉਹਨੂੰ 500 ਤੋਂ ਉੱਪਰ ਵੀ ਲੈ ਜਾਂਦੀ ਆ। ਪਰ 328 ਚਲੋ ਇੱਕ ਪ੍ਰਚਲਿਤ ਜਿਹੜਾ ਇੱਕ ਆંકੜਾ ਹੈਗਾ, ਉਹਦੇ ਹਿਸਾਬ ਨਾਲ ਅਸੀਂ ਗੱਲਬਾਤ ਕਰਾਂਗੇ। ਇਹ ਮੁੱਦਾ ਸਾਹਮਣੇ ਲਿਆਉਣ ਵਾਲਾ ਕੋਈ ਹੋਰ ਨਹੀਂ, ਸ਼੍ਰੋਮਣੀ ਕਮੇਟੀ ਆਪ ਹੈਗੀ ਆ। ਪੜਤਾਲੀਆ ਕਮੇਟੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਬਣਦੀ ਹੈਗੀ ਆ, ਉਹਦੇ ਵਿੱਚ ਇੱਕ ਰਿਪੋਰਟ ਵੀ ਆਂਦੀ ਹੈਗੀ ਆ। ਇਹ ਵੀ ਕਿਹਾ ਜਾਂਦਾ ਕਿ ਬਈ ਉਹ ਸ਼ਾਇਦ ਗਿਣਤੀ ਵੱਧ ਹੋ ਸਕਦੀ, ਘੱਟ ਹੋ ਸਕਦੀ ਹੈ। ਐਨੀਵੇਜ਼ ਆਪਾਂ ਗੱਲ ਕਰਦੇ ਹਾਂ। ਤੁਹਾਨੂੰ ਕੀ ਲੱਗਦਾ ਹੈ ਕਿ ਐਸਜੀਪੀਸੀ ਇਸ ਸਮੇਂ ਪੂਰੇ ਵਰਲਡ ਦੇ ਵਿੱਚ ਨਿੰਦਿਆ ਦਾ ਪਾਤਰ ਬਣੀ ਹੋਈ ਹੈ 328 ਸਰੂਪਾਂ ਦੇ ਡਿਸਲੋਕੇਸ਼ਨ ਹੋਣ ਤੇ, ਇਹਨਾਂ ਦੇ ਮਿਸਿੰਗ ਹੋਣ ਤੇ? ਤੁਹਾਨੂੰ ਪਤਾ ਹੀ ਨਹੀਂ ਉਹ ਸਰੂਪ ਹੈ ਕਿੱਥੇ। ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਿੰਘ ਜੀ, ਧੰਨਵਾਦ ਕਿ ਤੁਸੀਂ ਜੋ ਇਹ ਸਿੱਖ ਕੌਮ, ਮੈਂ ਸਮਝਦਾ ਜੋ 328 ਪਾਵਨ ਸਰੂਪਾਂ ਦਾ ਮਸਲਾ, ਸਭ ਤੋਂ ਪਹਿਲਾਂ ਤਾਂ ਸਿੱਖ ਕੌਮ ਵਾਸਤੇ
ਬਹੁਤ ਹੀ ਨਮੂਸੀ ਵਾਲਾ ਇਹ ਮਸਲਾ ਗਾ, ਬਹੁਤ ਹੀ ਦੁਖਦਾਈ ਮਸਲਾ ਹੈ ਕਿ ਸਾਡੀ ਕੌਮ ਦੇ ਵਿੱਚ ਜੋ ਇਹ ਮਸਲਾ ਆਇਆ ਗਾ। ਤੇ ਪਰ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਅੱਜ ਵਿਰੋਧ ਕਰ ਰਹੇ ਹੈ ਜਾਂ ਪ੍ਰੋਟੈਸਟ ਕਰ ਰਹੇ ਹੈ ਕਿ ਇਹ ਮਸਲਾ ਜੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀਅਤ ਤੇ ਸ਼ੰਕਾ ਖੜਾ ਕਰਦੇ ਹਾਂ ਤਾਂ ਆਪਾਂ ਇਹ ਵੇਖੀਏ ਕਿ ਮਸਲਾ ਲੈ ਕੇ ਕੌਣ ਆਇਆ। ਮਸਲਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਲਿਆਂਦਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਇੱਕ ਮੁਲਾਜ਼ਮ ਕਮਲਜੀਤ ਸਿੰਘ ਜਦੋਂ ਰਿਟਾਇਰ ਹੋਣ ਲੱਗਿਆ, ਉਹਨੇ ਪ੍ਰੋਪਰ ਜਦੋਂ ਹਿਸਾਬ ਦਿੱਤਾ, ਉਸ ਹਿਸਾਬ ਦੇ ਵਿੱਚ ਪਤਾ ਲੱਗਿਆ ਕਿ ਕੁਝ ਸਰੂਪਾਂ ਦੇ ਜੋ ਉਹ ਮਤਲਬ ਘੱਟ ਪਾਈ ਗਈ ਗਿਣਤੀ, ਪਰਚੀਆਂ ਘੱਟ ਕੱਟੀਆਂ ਗਈਆਂ ਤੇ ਰਿਕਾਰਡ ਨਹੀਂ ਮਿਲਿਆ। ਜਦੋਂ ਉਸ ਰਿਕਾਰਡ ਤੇ ਉਹ ਕਮਲਜੀਤ ਸਿੰਘ ਨੂੰ ਪੁੱਛਿਆ ਕਿ ਵੀ ਇਹ ਸਰੂਪ ਘੱਟ ਪਾਏ ਜਾ ਰਹੇ ਨੇ, ਵੀ ਇਹ ਪਰਚੀਆਂ ਘੱਟ ਹੈ, ਸਰੂਪ ਸੰਗਤ ਨੂੰ ਆਪਾਂ ਇੰਨੇ ਸਰੂਪ ਦਿੱਤੇ ਹੈ ਤੇ ਪਰਚੀਆਂ ਮਤਲਬ ਭੇਟਾ ਘੱਟ ਦੇਗੀ, ਤਾਂ ਉਹਨੇ ਆਪ ਲਿਖਤੀ ਐਫੀਡੇਵਿਟ ਦਿੱਤਾ, ਮੰਨਿਆ ਕਿ ਮੈਥੋਂ ਗਲਤੀ ਹੋ ਗਈ, ਮੈਂ ਲਾਲਚ ਦੇ ਵਿੱਚ ਤੇ ਜਿਹੜੀ ਇਹ ਭੇਟਾ ਸੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਤੇ ਮੈਂ ਆਪਦੀ ਜੇਬ 'ਚ ਪਾ ਗਿਆ। ਇਸ ਕਰਕੇ ਜੋ ਮੇਰੀ ਰਿਟਾਇਰਮੈਂਟ ਦੇ ਵਿੱਚੋਂ, ਜੋ ਮੇਰੇ ਫੰਡਾਂ ਦੇ ਵਿੱਚੋਂ ਤੁਸੀਂ ਇਹ ਜਿੰਨੇ ਬਣਦੇ ਆ ਪੈਸੇ ਰੁਪਏ ਕੱਟ ਲਓ। ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੀ ਜ਼ਿੰਮੇਵਾਰੀ ਸਮਝਦੇ ਹੋਏ ਕਿ ਬਈ ਇਹ ਜੇ ਪੈਸੇ ਘੱਟ ਵੱਧ ਪੂਰੇ ਕਰਨ ਦਾ ਮਸਲਾ ਨਹੀਂ ਹੈਗਾ, ਕੋਈ ਇਹ ਰਾਸ਼ਨ ਦਾ ਮਸਲਾ ਨਹੀਂ ਹੈਗਾ, ਕੋਈ ਦਾਲ ਸਬਜ਼ੀ ਦਾ ਮਸਲਾ ਨਹੀਂ, ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਸਲਾ ਹੈਗਾ। ਬਹੁਤ ਹੀ ਵੱਡੀ ਜ਼ਿੰਮੇਵਾਰੀ ਤੇਰੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਈ ਸੀ ਤੇ ਤੂੰ ਸੇਵਾ ਕਰ ਰਿਹਾ ਸੀ, ਵੀ ਉਹ ਦੱਸੋ ਵੀ ਤੂੰ ਸਰੂਪ ਦਿੱਤੇ ਕਿਵੇਂ, ਕਿ ਕਿਹੜੇ ਕਿਹਨਾਂ ਨੂੰ ਦਿੱਤੇ, ਕੀ ਪ੍ਰੋਸੀਜਰ 'ਚ ਤੂੰ ਕੀਤਾ। ਫਿਰ ਤੁਸੀਂ ਹਾਂਜੀ ਬਿਲਕੁਲ ਗੱਲ ਜਾਰੀ ਰੱਖੋ। ਫਿਰ ਉਹਨਾਂ ਨੇ ਆਪ ਮੰਨਿਆ ਕਿ ਮਤਲਬ ਵੀ ਮੈਂ ਲਾਲਚ ਬਸ ਤੇ ਉਹ ਭੇਟਾ ਆਪਦੀ ਜੇਬ 'ਚ ਪਾਈ ਗਿਆ ਤੇ ਮੈਂ ਸਹੀ ਲੇਜਰਾਂ ਤੇ ਨਹੀਂ ਸੀ ਸਹੀ ਚੜਾਇਆ ਰਿਕਾਰਡ ਸਾਰਾ। ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਚ ਪੱਧਰੀ ਪੜਤਾਲ ਕਰਾਉਣ ਵਾਸਤੇ ਪੜਤਾਲੀਆ ਟੀਮ ਬਣਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਅਤੇ ਇਹ ਮਸਲਾ ਸੰਗਤ 'ਚ ਵੀ ਲਿਆਂਦਾ, ਸੰਗਤ 'ਚ ਆ ਗਿਆ। ਉਸ ਤੋਂ ਬਾਅਦ ਸਮੁੱਚੀਆਂ ਪੰਥਕ ਧਿਰਾਂ ਵੱਲੋਂ, ਪੂਰੀ ਸਿੱਖ ਕੌਮ ਵੱਲੋਂ ਤੇ ਇਹ ਆਵਾਜ਼ ਉੱਠੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਹੀ ਇਹ ਗੜਬੜ ਕੀਤੀ ਹੈ, ਇਸ ਕਰਕੇ ਪੜਤਾਲੀਆ ਟੀਮ ਪੜਤਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰ ਸਕਦੀ, ਕੋਈ ਨਿਰਪੱਖ ਏਜੰਸੀ ਤੋਂ ਜਾਂਚ ਕਰਾਈ ਜਾ ਸਕੇ। ਠੀਕ ਹੈ। ਉਸ ਤੋਂ ਬਾਅਦ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਪੂਰੀ ਵਿਚਾਰਨ ਤੋਂ ਬਾਅਦ ਵੀ ਇਹ ਮਸਲਾ ਕਿਸ ਤੋਂ ਮਤਲਬ ਪੜਤਾਲ ਕਰਾਈ ਜਾਵੇ, ਸਰਕਾਰ ਤੋਂ ਨਹੀਂ ਕਰਾ ਸਕਦੇ, ਕਿਉਂਕਿ ਸਰਕਾਰ ਹਰ ਵਕਤ ਆਪਣੀ ਇਹੀ ਧਾਰਨਾ ਰਹਿੰਦੀ ਹੈ ਕਿ ਸਰਕਾਰ ਵੀ ਚਾਹੁੰਦੀ ਹੈ, ਦਿੱਲੀ ਵੀ ਚਾਹੁੰਦੀ ਹੈ, ਸਟੇਟ ਵੀ ਚਾਹੁੰਦੀ ਹੈ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਜੋ ਸਿੱਖ ਆਜ਼ਾਦ ਹਸਤੀ ਹੈ, ਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਆਜ਼ਾਦ ਹੋਈ ਸੰਸਥਾ, ਉਹਦੇ ਵਿੱਚ ਦਾਖਲਅੰਦਾਜ਼ੀ ਕਰੀਏ, ਕਰਨ ਦੀ ਕੋਸ਼ਿਸ਼ਾਂ ਵੀ ਕੀਤੀਆਂ, ਆਪਾਂ ਵੇਖੀ ਹੈ। ਪਰ ਫਿਰ ਵੀ ਬੜੇ ਵਿਚਾਰਨ ਤੋਂ ਬਾਅਦ ਕਿ ਇਹ ਸਮੁੱਚੀ ਐਗਜ਼ੈਕਟਿਵ ਨੇ ਇਹ ਫੈਸਲਾ ਕੀਤਾ ਕਿ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਨਦੀ ਹੈ, ਸਮਰਪਿਤ ਹੈ, ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਸਿੱਖ ਕੌਮ ਸਾਰੀ ਹੈ। ਇਸ ਕਰਕੇ ਆਪਾਂ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਬਾਰੇ ਤੁਹਾਨੂੰ ਵੀ ਪਤਾ, ਸਮੁੱਚੀ ਕੌਮ ਨੂੰ ਵੀ ਪਤਾ ਕਿ ਜਿਸ ਦਿਨ ਤੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲੀ ਹੈ, ਕਿਸ ਤਰ੍ਹਾਂ ਨਿਰਪੱਖ ਹੋ ਕੇ ਕੌਮ ਪ੍ਰਤੀ ਫੈਸਲੇ ਕੀਤੇ ਨੇ, ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ। ਉਸ ਤੋਂ ਬਾਅਦ ਸਾਰੀ ਐਗਜ਼ੈਕਟਿਵ ਨੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ, ਲਿਖਤੀ ਮਤਲਬ ਲੈਟਰ ਪੱਤਰ ਲਿਖਿਆ ਕਿ ਇਸ ਮਾਮਲੇ ਦੀ ਤੁਸੀਂ ਪੜਤਾਲ ਕਰੋ। ਤਾਂ ਸਿੰਘ ਸਾਹਿਬ ਨੇ ਬੜਾ ਹੀ ਧੀਰਜ ਵਿਚਾਰਾਂ ਕਰਨ ਤੋਂ ਬਾਅਦ ਤੇ ਆਪਣੀ ਪੜਤਾਲੀਆ ਟੀਮ ਬਣਾਈ, ਪੜਤਾਲੀਆ ਕਮੇਟੀ ਬਣਾਈ। ਉਸ ਤੋਂ ਬਾਅਦ ਪੜਤਾਲੀਆ ਕਮੇਟੀ ਨੇ, ਮੈਂ ਸਮਝਦਾ ਦਿਨ ਰਾਤ ਇੱਕ ਕਰਕੇ 1 ਮਹੀਨੇ ਦੇ ਵਿੱਚ, ਮੈਂ ਸਮਝਦਾ ਸਿੰਘ ਸਾਹਿਬ ਨੇ ਟਾਈਮ ਬਾਉਂਡ ਕੀਤਾ ਸੀ ਕਮੇਟੀ ਨੂੰ, ਜੋ ਮਿਸ਼ਨ ਦਿੱਤਾ ਸੀ ਤੇ ਨਿਰਪੱਖ ਡਾਕਟਰ ਈਸਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ, ਜਿਨ੍ਹਾਂ ਬਾਰੇ ਤੁਸੀਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਪੇਜ ਚੈੱਕ ਕਰਕੇ ਵੇਖ ਲਓ ਕਿਸ ਤਰ੍ਹਾਂ ਨਿਰਪੱਖ ਨੇ ਉਹ ਤੇ ਕਿਸ ਤਰ੍ਹਾਂ ਉਹ ਹਮੇਸ਼ਾ ਆਵਾਜ਼ ਬੁਲੰਦ ਕਰਦੇ ਨੇ ਹੱਕ ਸੱਚ ਦੀ, ਨਿਰਪੱਖ ਚੱਲਣ ਵਾਲੇ ਇਨਸਾਨ ਨੇ। ਤੇ ਉਹਨਾਂ ਦੀ ਅਗਵਾਈ 'ਚ ਟੀਮ ਬਣਾਈ ਤੇ 1 ਮਹੀਨਾ ਉਹਨਾਂ ਨੇ ਦਿਨ ਰਾਤ ਇੱਕ ਕਰਕੇ, ਮੈਂ ਸਮਝਦਾ 1100 ਸਫ਼ੇ ਦੀ ਮਤਲਬ ਇੱਕ ਰਿਪੋਰਟ ਤਿਆਰ ਕੀਤੀ। ਜਿਸ ਰਿਪੋਰਟ ਦੇ ਵਿੱਚ ਵੀ ਜਿਹਦਾ ਮੇਨ 10 ਪੇਜ ਆਪਾਂ ਆਪਣੀ ਵੈਬਸਾਈਟ ਤੇ ਹੀ ਪਾਇਆ, ਜਨਤਕ ਕੀਤੇ ਨੇਗੇ, ਜਿਸ ਦੇ ਵਿੱਚ ਇਹ ਕਲੀਅਰ ਲਿਖਿਆ ਗਿਆ ਹੈਗਾ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਤਲਬ ਕੋਈ ਚੋਰੀ ਨਹੀਂ ਹੋਈ, ਕੋਈ ਬੇਅਦਬੀ ਨਹੀਂ ਹੋਈ, ਸੰਗਤਾਂ ਤੱਕ ਪਹੁੰਚੇ ਨੇ। ਕਿੱਦਾਂ ਗਾਰੰਟੀ ਦੇ ਸਕਦੇ ਹੋ ਤੁਸੀਂ?
ਗਰੰਟੀ ਤਾਂ ਜਦੋਂ ਨਹੀਂ ਤੁਸੀਂ ਕਹਿ ਰਹੇ ਹੋ ਕਿ ਚੋਰੀ ਨਹੀਂ ਹੋਈ, ਬੇਅਦਬੀ ਨਹੀਂ ਹੋਈ, ਹਾਂਜੀ। ਸੰਗਤਾਂ ਤੱਕ ਹੀ ਪਹੁੰਚਿਆ, ਗੁਰਸਿੱਖਾਂ ਦੇ ਘਰ ਤੱਕ ਹੀ ਪਹੁੰਚਿਆ, ਹਾਂਜੀ। ਤਾਂ ਕੋਈ ਰਿਕਾਰਡ ਤਾਂ ਤੁਸੀਂ ਖੰਗਾਲਿਆ ਹੋਏਗਾ ਨਾ, ਰਿਕਾਰਡ ਜੇ ਕੋਈ ਐਡਰੈਸ ਤਾਂ ਹੋਏਗਾ ਨਾ, ਤੁਸੀਂ ਕੀ ਉਸ ਤੋਂ ਬਾਅਦ ਜਾ ਕੇ ਟਰੈਕ ਕੀਤਾ ਹੈ? ਹਾਂਜੀ, ਇਹ ਰਿਕਾਰਡ ਖੰਗਾਲਿਆ। ਜਦੋਂ ਕਮਲਜੀਤ ਸਿੰਘ ਆਦੀ ਵਿੱਚ ਸਾਰਾ ਡਿਟੇਲ ਦੱਸੀ ਹੋਈ ਹੈ। ਕਮਲਜੀਤ ਸਿੰਘ ਦਾ ਨਾਮ ਲੈ ਰਹੇ ਹੋ, ਉਹਨੇ ਕਿਤੇ ਐਡਰੈਸ ਨੋਟ ਕੀਤੇ ਸੀ, ਉਹ ਗਏ ਕਿੱਥੇ ਸਰੂਪ? ਕਮਲਜੀਤ ਸਿੰਘ ਨੇ ਇਹ ਦੱਸਿਆ ਕਿ ਜਦੋਂ ਮੇਰੇ ਕੋਲੇ ਸੰਗਤ ਆਉਂਦੀ ਸੀ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਲੈ ਕੇ ਜਾਣੇ ਆ, ਤਾਂ ਮੈਂ ਲਾਲਚ ਵਸ 3 ਸਰੂਪਾਂ ਦੀ ਰਸੀਦ ਦੇ ਦਿੰਦਾ ਸੀ, 1 ਸਰੂਪ ਦੀ ਰਸੀਦ ਨਹੀਂ ਦਿੰਦਾ ਸੀ, ਜਿਹਦੀ ਅੱਜ ਵੀ ਪੂਰੇ ਪੰਜਾਬ ਨਹੀਂ ਪੂਰੀ ਹਿੰਦੁਸਤਾਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਸ ਤਰ੍ਹਾਂ ਸਾਡਾ ਧਰਮ ਪ੍ਰਚਾਰ ਮਿਸ਼ਨ ਚੱਲਦੇ ਆ, ਉਹ ਮਿਸ਼ਨ ਤਹਿਤ ਆ। ਇਹ ਰਿਪੋਰਟ ਦੇ ਆਧਾਰ ਤੇ ਹੀ ਜਿਹੜੀਆਂ ਕੁਝ ਜਾਂਚਾਂ ਪੜਤਾਲਾਂ ਕੀਤੀਆਂ, ਕਈ ਪਿੰਡਾਂ ਦੇ ਵਿੱਚ ਸੰਗਤਾਂ ਨੂੰ ਜਦੋਂ ਜਾ ਕੇ ਪਤਾ ਲੱਗਿਆ ਉੱਥੋਂ ਰਿਕਾਰਡ ਤੋਂ ਕਿ ਫਲਾਣੇ ਪਿੰਡ ਦੇ ਵਿੱਚ 3 ਸਰੂਪ ਗਏ ਨੇ, ਤਾਂ ਸੰਗਤ ਨੂੰ ਬੇਨਤੀ ਕੀਤੀ ਕਿ ਆ ਫਲਾਨੀ ਤਰੀਕ ਨੂੰ ਤੁਸੀਂ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਲੈ ਕੇ ਆਏ ਹੋ, ਤਾਂ ਉਹ ਸੰਗਤ ਵਾਲਿਆਂ ਨੇ ਕਿਹਾ ਵੀ ਹਾਂਜੀ ਅਸੀਂ 4 ਸਰੂਪ ਲੈ ਕੇ ਆਏ ਆ, ਤੇ ਉੱਥੇ ਪਤਾ ਲੱਗਾ ਸੀ ਰਸੀਦ 3 ਦੀ ਹੈ। 328 ਦਾ ਡੇਟਾ ਲਿੱਤਾ ਤੁਸੀਂ? ਨਹੀਂ, ਸਾਰਾ ਬਹੁਤ ਵੱਡਾ ਮਸਲਾ ਨਹੀਂ ਹੋਇਆ ਨਾ, 328 ਨਹੀਂ ਹੋਇਆ ਨਾ, ਯਾਨੀ ਕਿ ਕਿਤੇ ਹੋ ਸਕਦਾ ਨਾ, ਕਿਤੇ ਨਾ ਕਿਤੇ ਕਲੈਸ਼ਸ ਹੋ ਸਕਦੇ ਆ ਕਿਤੇ ਨਾ ਕਿਤੇ। ਇਹ ਬਹੁਤ ਵੱਡਾ ਮਸਲਾ ਇਹ ਗੁਰਪ੍ਰੀਤ ਸਿੰਘ ਜੀ ਐ ਨਹੀਂ ਕੀਤਾ ਜਾ ਸਕਦਾ। ਪਰ ਮੇਰੀ ਬੇਨਤੀ ਸਮਝੋ ਕਿ ਜਦੋਂ ਇੱਕ ਮੁਲਾਜ਼ਮ ਇਸ ਰਿਪੋਰਟ ਦੇ ਵਿੱਚ ਆ ਗਿਆ ਸਿੰਘ ਸਾਹਿਬ ਨੇ, ਤੇ ਰਿਪੋਰਟ ਦੇ ਵਿੱਚ ਦੱਸਤਾ, ਉਹ ਮੁਲਾਜ਼ਮ ਆਪ ਮੰਨ ਗਿਆ ਕਿ ਮੈਂ ਕਰਪਸ਼ਨ ਕੀਤੀ, ਪਹਿਲਾਂ ਸ਼੍ਰੋਮਣੀ ਕਮੇਟੀ ਕੋਲੇ ਮੰਨ ਗਿਆ, ਉਸ ਤੋਂ ਬਾਅਦ ਪੜਤਾਲੀਆ ਟੀਮ ਕੋਲੇ ਮੰਨ ਗਿਆ। ਪਰ ਪੜਤਾਲੀਆ ਟੀਮ ਨੇ, ਮੈਂ ਸਮਝਦਾ ਨਿਰਪੱਖ ਜਾਂਚ ਕਰਦੇ ਹੋਏ, ਕੱਲਾ ਇਹ ਨਹੀਂ ਵੀ ਉਹ ਇੱਕ ਮੁਲਾਜ਼ਮ ਨੂੰ ਸਜ਼ਾ ਦੇ ਕੇ ਛੱਡਤਾ, ਉਹ ਪੜਤਾਲੀਆ ਟੀਮ ਨੇ ਵੇਖਿਆ ਵੀ ਇਸ ਦੇ ਨਾਲ ਕੌਣ ਸਨ, ਉਸ ਤੋਂ ਬਾਅਦ ਉੱਪਰ ਜਵਾਬਦੇਹੀ ਕਿੰਨਾ ਅਫਸਰਾਂ ਦੀ ਬਣਦੀ ਹੈ, ਉਸ ਤੋਂ ਸਾਰੇ ਮੈਂ ਸਮਝਦਾ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਐਡਾ ਵੱਡਾ ਫੈਸਲਾ ਹੋਇਆਗਾ ਕਿ ਇਹ ਮਤਲਬ 1 ਮੁਲਾਜ਼ਮ 2 ਮੁਲਾਜ਼ਮ ਗਲਤੀ ਕਰਦੇ ਹੈ, ਹਨਾ, ਤੇ 16 ਵੱਡੇ ਅਧਿਕਾਰੀ ਤੇ ਇਸ ਮਸਲੇ ਦੇ ਵਿੱਚ ਸਸਪੈਂਡ ਕੀਤੇ ਜਾਂਦੇ ਹੋਣੇ ਵੀ ਚਾਹੀਦੇ ਆ। ਜ਼ਿੰਮੇਵਾਰੀ ਤਾਂ ਬਣਦੀ ਆ ਨਾ, ਇਹੀ ਮੈਂ ਦੱਸਣਾ ਚਾਹੁੰਦਾ। ਪਰ ਜੇ ਸਸਪੈਂਡ ਕਰਤਾ ਤੇ ਮਾਮਲਾ ਦਰਜ ਕਰਾਉਣ ਦੇ ਵਿੱਚ ਐਸਜੀਪੀਜੀ ਕਿਉਂ ਕਤਰਾ ਰਹੀ ਹੈ? ਪਹਿਲੇ ਲੋਗੋਵਾਲ ਸਾਹਿਬ ਨੇ ਇਹੀ ਕਿਹਾ ਸੀਗਾ ਨਾ ਕਿ ਵੀ ਜਿਹਦੇ ਵੀ ਹੋਏਗਾ, ਕਿਸੇ ਹੋਰ ਨੇ ਤੇ ਨਹੀਂ ਕਿਹਾ ਸੀਗਾ, ਉਹਨਾਂ ਨੇ ਆਪ ਕਿਹਾ ਸੀਗਾ ਕਿ ਮਾਮਲਾ ਦਰਜ ਕਰਾਇਆ ਜਾਏਗਾ, ਤੇ ਅੱਜ ਉਹ ਬੈਕਫੁੱਟ ਤੇ ਕਿਉਂ ਆ ਰਹੇ ਨੇ? ਨਹੀਂ, ਬੈਕਫੁੱਟ ਤੇ ਕੋਈ ਨਹੀਂ ਆਏ, ਪਹਿਲਾਂ ਮੇਰੀ ਗੱਲ ਸੁਣੋ। ਨਹੀਂ ਆਏ ਨੇ ਨਾ, ਪਹਿਲੇ ਆ ਤਾਂ ਕਹਿੰਦੇ ਨਾ ਕਿ ਅਸੀਂ ਜੋ ਮਾਮਲਾ ਦਰਜ ਕਰਾਵਾਂਗੇ, ਬਾਅਦ ਚੋਂ ਜਦ ਪਤਾ ਲੱਗਿਆ ਕਿ ਵੀ ਉਹ ਆਪਣੇ ਜਿਹੜੇ ਮੁਲਾਜ਼ਮਾਂ ਦਾ ਮਸਲਾ ਹੈਗਾ ਤੇ ਪਤਾ ਨਹੀਂ ਕਿਹਦੇ ਸਿਰ ਤੇ ਹੈਗੀ ਹੈ, ਕਿਹਦੀ ਅਪਰੋਚ ਹੈਗੀ ਹੈ, ਸਾਨੂੰ ਇਹ ਹੀ ਸਮਝ ਨਹੀਂ ਆ ਰਿਹਾ, ਤੇ ਕਿਉਂ ਹੁਣ ਬੈਕਫੁੱਟ ਤੇ ਆ ਰਹੇ ਨੇ? ਮਾਮਲਾ ਦਰਜ ਕਰਾ ਲਓ ਸਰ, ਤੁਹਾਡਾ ਹੀ ਬਿਆਨ ਸੀਗਾ। ਬੈਕਫੁੱਟ ਤੇ ਕੋਈ ਨਹੀਂ ਆਏ ਗੁਰਪ੍ਰੀਤ ਸਿੰਘ ਜੀ, ਸਮਝੀਦਾ ਹੁੰਦਾ। ਪਹਿਲਾਂ ਮੇਰੀ ਪੂਰੀ ਬੇਨਤੀ ਸੁਣ ਲਓ ਕਿ ਜਦੋਂ 1 2 3 ਮੁਲਾਜ਼ਮਾਂ ਦੀ ਕਰਪਸ਼ਨ ਕੀਤੀ, ਉਸ ਤੋਂ ਬਾਅਦ ਚੀਫ ਸੈਕਟਰੀ ਕਿੰਨੇ ਸਾਲ ਤੋਂ ਹੋ ਰਹੀ ਸੀ? ਚੀਫ ਸੈਕਟਰੀ ਤੋਂ ਕਿੰਨੇ ਸਾਲ ਤੋਂ ਹੋ ਰਹੀ ਸੀ ਕਰਪਸ਼ਨ? 2015-16 ਤੋਂ 15-16 ਤੋਂ 5 ਸਾਲ ਹੋ ਗਏ, 5-6 ਸਾਲ ਹੋ ਗਏ। 5-6 ਸਾਲ ਦੇ ਵਿੱਚ ਐਡੀ ਵੱਡੀ ਸ਼੍ਰੋਮਣੀ ਕਮੇਟੀ ਨੂੰ ਪਤਾ ਹੀ ਨਹੀਂ ਲੱਗਾ ਕਿ 328 ਸਰੂਪ ਕਿੱਥੇ ਹੋਏ। ਇਸੇ ਕਰਕੇ ਹੀ ਚੀਫ ਸੈਕਟਰੀ ਤੱਕ ਸਸਪੈਂਡ ਕੀਤਾ, ਇਸੇ ਕਰਕੇ ਹੀ ਚੀਫ ਸੈਕਟਰੀ 16 ਅਧਿਕਾਰੀ, ਕਿਤੇ ਇਹ ਨਹੀਂ ਹੋਇਆ ਜ਼ਿਲ੍ਹੇ ਦਾ ਇੱਕ ਮੁਲਾਜ਼ਮ ਕਰਪਸ਼ਨ ਕਰੇ, ਜ਼ਿਲ੍ਹੇ ਦਾ ਡੀਸੀ ਵੀ ਸਸਪੈਂਡ ਕੀਤਾ ਜਾਵੇ, ਸਟੇਟ ਦਾ ਚੀਫ ਸੈਕਟਰੀ ਵੀ ਸਸਪੈਂਡ ਕੀਤਾ ਜਾਵੇ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਰਕੇ ਦਿਖਾਇਆ, ਕਿਉਂਕਿ ਆਮ ਇਸ਼ੂ ਨਹੀਂ ਸੀ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ, ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪਾਂ ਦਾ ਇਸ਼ੂ ਸੀ, ਇਸ ਕਰਕੇ ਇਹ ਤੇ ਕਾਰਵਾਈ ਕੀਤੀ। ਇੱਥੇ ਹੀ ਬਸ ਨਹੀਂ, ਇਕੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਤੋਂ ਨੂੰ ਵੀ ਅਸਤੀਫਾ ਲਿੱਤਾ ਗਿਆ, ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਸ ਵੇਲੇ ਦੀ ਐਗਜ਼ੈਕਟਿਵ ਨੂੰ, ਕਿਉਂਕਿ ਇਹ ਮਾਮਲਾ ਸਾਰਾ ਕਮਲਜੀਤ ਸਿੰਘ ਇਹ ਕਹਿ ਰਿਹਾ ਸੀ ਕਿ ਸ਼ਾਰਟ ਸਰਕਟ ਨਾਲ ਜੋ ਘਟਨਾ ਵਾਪਰੀ 2016 ਦੇ ਵਿੱਚ, ਉਹਦੇ ਵਿੱਚ 80 ਸਰੂਪ ਅਗਨ ਭੇਟ ਹੋ ਗਏ ਸੀ, ਪਰ ਉਹ ਪੜਤਾਲ ਤੇ ਵੀ ਇਹ ਪਾਇਆ ਗਿਆ ਕਿ ਸਰੂਪ 14 ਹੋਏ ਸੀ। ਪਰ ਉਸ ਵੇਲੇ ਦੀ ਐਗਜ਼ੈਕਟਿਵ ਨੂੰ ਸਮੁੱਚੀ ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤਲਬ ਕੀਤਾ। 18 ਮਤਲਬ ਇਹ ਰਿਪੋਰਟ ਦੇ ਵਿੱਚ 18 ਮੁਲਾਜ਼ਮਾਂ ਨੂੰ 16 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ, ਕਾਰਵਾਈ ਕੀਤੀ ਗਈ, ਤੇ ਉਸ ਤੋਂ ਬਾਅਦ ਸਾਰੀ ਐਗਜ਼ੈਕਟਿਵ ਨੂੰ ਤਲਬ ਕੀਤਾ ਗਿਆ ਸਿੰਘ ਸਾਹਿਬ ਵੱਲੋਂ ਉਸ ਸਮੇਂ ਦੀ ਨੂੰ। ਪਰ ਜਿਹੜੀ ਮੌਜੂਦਾ ਪ੍ਰਧਾਨ ਤੋਂ ਲੈ ਕੇ ਐਗਜ਼ੈਕਟਿਵ ਸਮੁੱਚੀ ਅਕਾਲ ਤਖਤ ਸੰਤਾ ਹੀ ਕਹੀ ਜਾ ਰਹੀ ਹੈ, ਕਨਫਿਊਜ਼ਨ ਤਾਂ ਹੀ ਕਹੀ ਜਾ ਰਹੀ ਹੈ ਕਿ ਵੀ ਉਹ ਜਿਹੜਾ ਸੀਗਾ 2016 ਦੇ ਮਾਮਲੇ ਦੇ ਉੱਪਰ ਸਜ਼ਾ ਦਿੱਤੀ ਗਈ ਹੈਗੀ ਆ, ਕਿ ਮੌਜੂਦਾ 328 ਮੇਰੀ ਗੱਲ ਪੂਰੀ ਹੋਣ, ਕਾਰਵਾਈ ਹੋਈ ਹੈ, ਮੇਰੀ ਗੱਲ ਪੂਰੀ ਹੋਣ, ਕਿਉਂਕਿ ਬਾਹਰ ਮੋਰਚਾ ਲੱਗਾ ਸੀਗਾ, ਅੰਦਰ ਜਿਹੜੀ ਹੈਗੀ ਸਜ਼ਾ ਯਾਫਤਾ ਸੁਣਾਈ ਜਾ ਰਹੀ ਸੀ ਪੁਰਾਣੀ ਕਮੇਟੀ ਨੂੰ 2016 ਦੇ ਮਾਮਲੇ ਤੇ 328 ਰੁਪਏ ਦੇ ਮਾਮਲੇ ਤੇ ਕੀ ਕਾਰਵਾਈ? ਮੇਰੀ ਗੱਲ ਪੂਰੀ ਹੋਣ ਦਿਓ। ਜਿੱਥੇ 16 ਅਧਿਕਾਰੀ ਸਸਪੈਂਡ ਤੇ ਕਾਰਵਾਈ ਕੀਤੀ ਹੈ,
ਉੱਥੇ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਐਗਜ਼ੈਕਟਿਵ ਹੈ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਦੇ ਵਿੱਚ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਈ। ਪੇਸ਼ ਹੋ ਕੇ ਵਸੀਲ ਦੇ ਵਿੱਚ ਗੱਲ ਦੇ ਵਿੱਚ ਪੱਲਾ ਪਾ ਕੇ ਸਾਰੀ ਐਗਜ਼ੈਕਟਿਵ ਖੜੀ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਕਿ ਅਸੀਂ ਜੋ ਤੁਸੀਂ ਰਿਪੋਰਟ ਤਿਆਰ ਕੀਤੀ ਹੈ ਚਾਹੇ 16 ਅਧਿਕਾਰੀ ਇਹ ਚ ਦੋਸ਼ੀ ਪਾਏ ਗਏ ਤੁਸੀਂ, ਪਰ ਅਸੀਂ ਵੀ ਇੱਕ ਜ਼ਿੰਮੇਵਾਰ ਹੋਣ ਦੇ ਨਾਤੇ ਕਿ ਸਾਡੇ ਕਾਰਜਕਾਲ ਦੇ ਵਿੱਚ ਇਹ 3 ਸਾਲ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਨੇ ਕਿ ਅਸੀਂ ਵੀ ਇਸ ਇੰਨੇ ਟਾਈਮ ਤੋਂ ਜੋ ਸਾਡੀ ਜ਼ਿੰਮੇਵਾਰੀ ਬਣਦੀ ਸੀ, ਜਵਾਬਦੇਹੀ ਬਣਦੀ ਸੀ, ਅਸੀਂ ਪ੍ਰਬੰਧਕ ਲਾਏ ਆ। ਚਾਹੇ ਅਸੀਂ ਮਤਲਬ ਬਿਊਰੋਕ੍ਰੇਸੀ ਨਹੀਂ, ਸਟਾਫ ਨਹੀਂ, ਪਰ ਅਸੀਂ ਪ੍ਰਬੰਧਕ ਤਾਂ ਲੋਕਾਂ ਨੇ ਚੁਣ ਕੇ ਲਾਏ ਆ ਨਾ, ਤੇ ਅਸੀਂ ਗਲਤੀ ਮੰਨਦੇ ਆ। ਤਾਂ ਅਕਾਲ ਤਖਤ ਜਥੇਦਾਰ ਨੇ ਜਿਸ ਤਰ੍ਹਾਂ ਉਹ ਮੌਜੂਦਾ ਐਗਜ਼ੈਕਟਿਵ ਨੂੰ ਲਾਹਣਤਾਂ ਪਾਈਆਂ, ਝਾੜ ਝੰਬ ਕੀਤੀ ਹੈ ਕਿ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ, ਉਹ ਸਾਰੀ ਕੌਮ ਨੇ ਲਾਈਵ ਦੇਖਿਆ। ਉਸ ਤੋਂ ਬਾਅਦ ਜਥੇਦਾਰ ਜੀਆਂ ਨੇ ਇਹ ਮੌਜੂਦਾ ਐਗਜ਼ੈਕਟਿਵ ਨੂੰ ਇਹ ਕਿਹਾ ਕਿ ਤੁਸੀਂ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਕੇ ਆਓ, ਫਿਰ ਮੈਂ ਤੁਹਾਨੂੰ ਦੱਸਦੇ ਆ। ਤੇ ਸਿੰਘ ਸਾਹਿਬ ਨੇ ਬੜੇ ਪੰਜੇ ਸਿੰਘ ਸਾਹਿਬ ਨੇ ਸੋਚਣ ਵਿਚਾਰਨ ਤੋਂ ਬਾਅਦ ਮੌਜੂਦਾ ਐਗਜ਼ੈਕਟਿਵ ਨੂੰ ਤੇ ਜਿੱਥੇ ਮਤਲਬ 2 ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ, ਮਤਲਬ ਜੇ ਵੇਖੀਏ ਧਾਰਮਿਕ ਤੌਰ ਤੇ ਆਪਾਂ ਇਹਨੂੰ ਸਜ਼ਾ ਸੁਣੋ ਅਖੰਡ ਪਾਠ ਸਾਹਿਬ ਦੀ ਸੇਵਾ ਲਈ, ਅਤੇ ਨਾਲ ਹੀ ਕਿਹਾ ਕਿ ਜਦੋਂ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣੇ ਨੇ ਤਾਂ ਸਾਰਾਗੜ੍ਹੀ ਸਰਾਂ ਤੋਂ ਲੈ ਕੇ ਸਿੱਧ ਦਰਬਾਰ ਸਾਹਿਬ ਤੱਕ ਝਾੜੂ ਦੀ ਰੋਜ਼ਾਨਾ ਸੇਵਾ ਕਰਨੀ ਹੈ। ਠੀਕ ਹੈ, ਪ੍ਰਵਾਨ ਸਿਰ ਮੱਥੇ ਪ੍ਰਵਾਨ। ਪਰ ਕੀ ਏਜੰਡੇ ਦੇ ਵਿੱਚ ਸ਼ਾਮਿਲ ਸੀਗਾ ਕਿ ਉਦੋਂ ਇਸ ਮੁੱਦੇ ਦੇ ਉੱਪਰ ਵੀ ਗੱਲ ਹੋਣੀ ਹੈ ਕਿ ਇਹ ਜੋ ਪਹਿਲੇ ਜੋ ਮੀਟਿੰਗ ਸੱਦੀ ਗਈ ਸੀ ਉੱਥੇ 2016 ਦੇ ਮਸਲੇ ਦੀ ਗੱਲ ਕੀਤੀ ਗਈ ਸੀ ਕਿ 2016 ਵਾਲੇ ਮਸਲੇ ਦੇ ਉੱਪਰ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜੀ ਹੈਗੀ ਆ ਕੋਈ ਡਿਸੀਜਨ ਸੁਣਾਇਆ ਜਾਣਾ, ਪਰ ਕੀ ਉਹਦੇ ਵਿੱਚ ਇਹ ਏਜੰਡਾ ਤੈਅ ਕੀਤਾ ਗਿਆ ਸੀਗਾ ਕਿ 328 ਸਰੂਪਾਂ ਦੇ ਮਸਲੇ ਤੇ ਵੀ ਮੌਜੂਦਾ ਕਮੇਟੀ ਨੂੰ ਸੱਦਿਆ ਜਾਏਗਾ, ਸੰਗਤ ਨੂੰ ਦੱਸਿਆ ਗਿਆ ਸੀਗਾ? ਹਾਂਜੀ, ਜਦੋਂ ਸ੍ਰੀ ਕਿੱਥੇ ਦੱਸਿਆ ਗਿਆ ਸੀਗਾ? ਕੋਈ ਚਿੱਠੀ ਪੱਤਰ, ਕੋਈ ਅਖਬਾਰਾਂ 'ਚ ਵੀ ਲੱਗਿਆ, ਚਿੱਠੀ ਪੱਤਰ ਵੀ ਹੈ। ਨਹੀਂ, ਇੱਕ ਦਿਨ ਪਹਿਲੇ ਦੱਸਿਆ ਗਿਆ ਸੀ। ਜਦੋਂ ਐਗਜ਼ੈਕਟਿਵ ਉੱਥੇ ਪੁਰਾਣੀ ਸੱਦੀ ਗਈ 2016 ਦੀ, ਉਸ ਤੋਂ ਬਾਅਦ ਉੱਥੇ ਨਾਲੋਂ ਨਾਲ ਜਿਹੜਾ ਹੈਗਾ ਮੁੱਦੇ ਨੂੰ ਠੰਡਾ ਕਰਨ ਵਾਸਤੇ ਨਹੀਂ ਗੁਰਪ੍ਰੀਤ ਸਿੰਘ ਠੰਡਾ ਕਰਨ ਵਾਸਤੇ ਨਹੀਂ। ਜਦੋਂ ਸਿੰਘ ਸਾਹਿਬ ਜੀ ਨੇ 18 ਤਰੀਕ ਨੂੰ ਸਾਰੀ ਪੁਰਾਣੀ ਐਗਜ਼ੈਕਟਿਵ ਬੁਲਾਈ ਤਾਂ ਉਸ ਤੋਂ ਅਗਲੇ ਦਿਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਗਜ਼ੈਕਟਿਵ ਨੇ ਮਤਾ ਪਾ ਕੇ ਸਿੰਘ ਸਾਹਿਬ ਨੂੰ ਲਿਖਤੀ ਬੇਨਤੀ ਵੀ ਕੀਤੀ ਕਿ ਅਸੀਂ ਵੀ 18 ਤਰੀਕ ਨੂੰ ਪੇਸ਼ ਹੋਵਾਂਗੇ, ਅਸੀਂ ਵੀ ਤੁਹਾਡੇ ਕੋਲ ਪੇਸ਼ ਹੋਵਾਂਗੇ, ਆਪਣੀ ਗਲਤੀ ਮੰਨਾਂਗੇ। ਜੋ ਮੌਜੂਦਾ ਐਗਜ਼ੈਕਟਿਵ ਹੈ, ਉਹਨਾਂ ਨੇ ਲਿਖ ਕੇ ਦਿੱਤਾ, ਹਾਂ ਲਿਖ ਕੇ ਉਸ ਤੋਂ ਫਿਰ ਪੇਸ਼ ਹੋਏ, ਫਿਰ ਸਿੰਘ ਸਾਹਿਬ ਨੇ ਸਾਰੀ ਕਾਰਵਾਈ ਕੀਤੀ। ਪਰ ਮੈਂ ਸਮਝਦਾ ਇਹ ਸਮਝਣ ਦੀ ਲੋੜ ਹੈ ਕਿ ਜਿਹੜੇ ਆਪਾਂ ਕਹਿ ਰਹੇ ਹਾਂ ਕਿ ਗੁੰਮ ਹੋ ਗਏ, ਬੇਅਦਬੀ ਹੋ ਗਈ, ਇਹ ਇਸ ਕਰਕੇ ਆਪਣੀ ਕੌਮ ਨੂੰ ਆਪਾਂ ਆਪ ਹੀ ਇੱਕ ਹੀ ਕੌਮ ਹੈ, ਇਹ ਝਗੜਿਆਂ ਦੇ ਵਿੱਚ ਨਾ ਪਾਈਏ। ਇਸ ਤੋਂ ਫੌਜਦਾਰੀ ਦੀ ਗੱਲ ਤੁਹਾਡੀ ਮੈਂ ਕਰਦਾ, ਤੁਸੀਂ ਕਹਿੰਦੇ ਫੌਜਦਾਰੀ ਕੇਸ ਨਹੀਂ ਕਰਦੇ, ਫੌਜਦਾਰੀ ਕੇਸ ਦੀ ਗੱਲ ਹੈ। ਹਾਂਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਠੀਕ ਹੈ, ਸ਼੍ਰੋਮਣੀ ਕਮੇਟੀ ਨੇ ਬਿਆਨ ਦੇਤਾ, ਸਿੰਘ ਸਾਹਿਬ ਦਾ ਹੁਕਮ ਸੀ ਤੇ ਹੈ, ਹੁਣ ਵੀ ਉਹ ਤੇ ਵਿਚਾਰ ਹੋ ਰਿਹਾ, ਕੋਈ ਇਹ ਨਹੀਂ ਕਿ ਗੱਲ ਖਤਮ ਹੋ ਗਈ। ਪਰ ਉਸ ਤੋਂ ਬਾਅਦ ਉਸੇ ਦਿਨ ਤੋਂ ਹੀ ਆਹ ਦੇਖੋ ਲੈਟਰ ਆਉਣੇ ਸ਼ੁਰੂ ਹੋ ਗਏ ਸੀ ਅਕਾਲ ਤਖਤ ਸਾਹਿਬ ਤੇ ਸਾਡੇ ਬੁੱਧੀਜੀਵੀਆਂ ਵੱਲੋਂ, ਸਾਡੇ ਵਿਦਵਾਨਾਂ ਵੱਲੋਂ, ਜੋ ਕੌਮ ਦੇ ਚਿੰਤਤ ਹੈ, ਜਿਨ੍ਹਾਂ ਨੇ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੇਸ਼ ਦਾ ਇਤਿਹਾਸ ਪੜ੍ਹਿਆ ਕਿ ਕਿਸ ਤਰ੍ਹਾਂ ਸਾਡੇ ਇਸ ਪ੍ਰਬੰਧ ਦੇ ਵਿੱਚ ਸਰਕਾਰਾਂ, ਕਿਉਂਕਿ ਤੁਸੀਂ ਵੇਖਿਆ ਕਿ ਧੁਰ ਤੋਂ ਲੈ ਕੇ ਜਦੋਂ ਤੋਂ ਇਹ ਦੇਸ਼ ਆਜ਼ਾਦ ਸਿੱਖ ਕੌਮ ਨੇ ਕਰਾਇਆ, ਉਸ ਤੋਂ ਆਜ਼ਾਦ ਹੋਣ ਤੋਂ ਬਾਅਦ ਹੀ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ ਸ਼ੁਰੂ ਕਰਤਾ ਇਹ ਦੇਸ਼ ਨੇ। ਕਿਉਂਕਿ ਸਭ ਤੋਂ ਪਹਿਲਾਂ ਜੇ ਦੇਸ਼ ਧਰੋਹੀ ਦੇ ਪਰਚੇ ਕੀਤੇ ਹੁੰਦੇ ਆ ਸਿੱਖ ਲੀਡਰਾਂ ਤੇ, ਮਾਸਟਰ ਤਾਰਾ ਸਿੰਘ ਜੀ ਹੋਰਾਂ ਤੇ, ਹੈ ਨਾ। ਤੇ ਉਸ ਤੋਂ ਬਾਅਦ ਜਦੋਂ ਸਿੱਖ ਕੌਮ ਆਪਣੇ ਹੱਕ ਮੰਗਣ ਦੀ ਗੱਲ ਕਰਦੀ ਹੈ, ਪੰਜਾਬੀ ਸੂਬੇ ਦੀ ਗੱਲ ਕਰਦੀ ਹੈ, ਤਾਂ ਉਸ ਤੋਂ ਸ਼੍ਰੋਮਣੀ ਕਮੇਟੀ ਦੇ ਜੋ ਪ੍ਰਧਾਨ ਹੈ ਵੀ ਰਹੇ ਤੇ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ। ਉਸ ਤੋਂ ਬਾਅਦ 84 ਦੇ ਵਿੱਚ ਤੁਸੀਂ ਵੇਖਿਆ ਕਿ ਜਦੋਂ ਦਿੱਲੀ ਪੰਜਾਬ ਦੇ ਹੱਕਾਂ ਨੂੰ, ਪੰਜਾਬ ਦੇ ਪਾਣੀਆਂ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਸੀ, ਐਮਰਜੈਂਸੀ ਵਰਗੇ ਲਾ ਰਹੀ ਸੀ, ਤਾਂ ਜਦੋਂ ਪਤਾ ਲੱਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਮੋਰਚੇ ਲੱਗ ਰਹੇ ਆ ਦੇਸ਼ ਦੀ ਹਕੂਮਤ ਵੱਲ, ਹਕੂਮਤ ਨੂੰ ਜਗਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਤੇ ਉਸ ਸਮੇਂ ਵੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਹੋਈਆਂ ਇੰਦਰਾ ਗਾਂਧੀ ਵੱਲੋਂ ਰਚੀਆਂ ਗਈਆਂ। ਤੇ ਹੁਣ ਫਿਰ ਕਿਉਂਕਿ ਹੁਣ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਕੱਲ ਥੋੜੇ ਦਿਨ ਪਹਿਲੇ ਨਰਿੰਦਰ ਮੋਦੀ ਨੇ ਪੰਜਾਬੀ ਜੋ 13 ਲੱਖ ਆਪਣੇ ਪੰਜਾਬੀ ਨੇਗੇ ਗੁਰਸਿੱਖ ਸੰਗਤਾਂ ਨੇਗੀਆਂ ਕਸ਼ਮੀਰ ਦੇ ਵਿੱਚ, ਉਹਨਾਂ ਤੋਂ ਪੰਜਾਬੀ ਭਾਸ਼ਾ ਦਾ ਹੱਕ ਖੋਲਿਆ। ਤੇ ਉਸ ਤੋਂ ਬਾਅਦ ਇਹ ਜਿਹੜਾ ਕਿਸਾਨਾਂ ਵਾਲਾ ਮਸਲਾ ਤੁਸੀਂ ਵੇਖੋ, ਕੱਲਾ ਇਹ ਨਹੀਂ ਕਿ ਕਿਤੇ ਸੋਚੇ ਵੀ ਦੇਸ਼ ਦੀ ਹਕੂਮਤ ਇਗਨੋਰ ਕਰੂ, ਇਹ ਪਤਾ ਲੱਗਿਆ ਪਿਆ ਦੇਸ਼ ਦੀ ਹਕੂਮਤ ਨੂੰ ਵੀ ਕਿ ਅਸੀਂ ਪੰਜਾਬ ਨੂੰ, ਪੰਜਾਬੀਅਤ ਨੂੰ, ਸਿੱਖ ਕੌਮ ਨੂੰ ਕੁਚਲਣ ਜਾ ਰਹੇ ਹਾਂ। ਕਿਉਂਕਿ ਜੋ ਦਿੱਲੀ ਦੇ ਵਿੱਚ ਕੋਈ ਵੀ ਹੁਕਮਰਾਨ ਪਾਵਰਫੁਲ ਫੁੱਲ ਮੈਜੋਰਟੀ ਚ ਆਇਆ, ਚਾਹੇ ਇੰਦਰਾ ਗਾਂਧੀ ਆਈ ਸੀ ਉਹਨੇ ਦਰਬਾਰ ਸਾਹਿਬ ਤੈਅ ਕੀਤਾ, ਹੁਣ ਨਰਿੰਦਰ ਮੋਦੀ ਆਇਆ, 2014 ਤੋਂ ਦੀਆਂ ਸਾਜ਼ਿਸ਼ਾਂ ਕੋਸ਼ਿਸ਼ਾਂ ਹੋ ਰਹੀਆਂ ਕਿ ਮੈਂ ਸਿੱਖ ਕੌਮ ਨੂੰ ਕੁਚਲਾਂ। ਪਰ ਹੁਣ ਫਿਰ ਸਿੱਖ ਕੌਮ ਜਦੋਂ ਮੂਵਮੈਂਟਾਂ ਵੱਲ ਚੱਲ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਮਤਲਬ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ। ਮੈਂ ਸਾਡੇ ਭਰਾਵਾਂ ਨੂੰ ਬੇਨਤੀ ਕਰਦਾ, ਚਾਹੇ ਮੈਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਸਾਡੇ ਭਰਾ ਇਹ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ ਭੋਲੇਪਨ ਚ, ਤੇ ਜਾਂ
ਕੁਝ ਲੋਕ ਸ਼ਰਾਰਤੀ ਜਾਣ ਬੁੱਝ ਕੇ ਸਾਡੀ ਇਸ ਸੰਸਥਾ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ। ਗੁਰਪ੍ਰੀਤ ਜੀ ਤੁਸੀਂ ਸੁਣੋ, ਗੁਰਪ੍ਰੀਤ ਸੁਣੋ ਮੇਰੀ ਬੇਨਤੀ। ਮੇਰੀ ਵੀ ਦੇਖੋ, ਮੈਂ ਤੁਸੀਂ ਬੋਲ ਰਹੇ ਮੈਂ ਮੰਨਦਾ ਕਿ ਸ਼੍ਰੋਮਣੀ ਕਮੇਟੀ ਹੈਗੀ ਹੈ, ਸ਼੍ਰੋਮਣੀ ਅਕਾਲੀ ਦਲ ਹੈ, ਸ਼ਹੀਦਾਂ ਦੀ ਜਥੇਬੰਦੀ ਹੈ, 100 ਸਾਲ ਤੋਂ ਉੱਪਰ ਦਾ ਇਤਿਹਾਸ ਹੈਗਾ, ਤਕਰੀਬਨ 100 ਸਾਲ ਵਰੇਗੰਢ ਵੀ ਮਨਾ ਰਹੇ ਹੋ। ਆਪਾਂ ਮੰਨਦੇ ਬੜੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਔਰ ਹਜੇ ਵੀ ਕੀਤੀ ਜਾ ਰਹੀ ਹੈ ਕਿ ਈਵਨ 84 ਦੇ ਵਿੱਚ ਜਿਹੜਾ FCRA ਦਾ ਸਰਟੀਫਿਕੇਸ਼ਨ ਸੀਗਾ 84 ਦਾ ਬੰਦ ਕੀਤਾ, ਤੁਹਾਨੂੰ ਲੈਣ ਦੇ ਵਿੱਚ 36 ਸਾਲ ਲੱਗ ਗਏ। ਤੁਸੀਂ ਭਾਵੇਂ ਸਾਂਝੀਵਾਲਤਾ ਸੀਗੀ ਪਰ ਤੁਸੀਂ 36 ਸਾਲ ਦੇ ਵਿੱਚ ਵੀ ਸਰਕਾਰ ਨੂੰ ਯਕੀਨ ਨਹੀਂ ਦਿਵਾ ਸਕੇ ਕਿ FCRA ਤੁਹਾਨੂੰ ਮਿਲ ਸਕਦਾ। ਮਹੀਨੇ ਡੇਢ ਮਹੀਨੇ ਪਹਿਲੇ ਮਿਲੇ। ਆਪਾਂ ਮੰਨਦੇ ਹਾਂ ਕਿ ਜ਼ਿਆਦਤੀਆਂ ਤਾਂ ਚਲੋ ਸ਼੍ਰੋਮਣੀ ਕਮੇਟੀ ਨਾਲ ਹੋ ਰਹੀ ਹੈ, ਪਰ ਅੱਜ ਵੀ ਕੌਮ ਇਸ ਸਜ਼ਾ ਦੇਣ ਤੋਂ ਬਾਅਦ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਝਾੜ ਝਿੜਕਾਂ ਪੈਣ ਦੇ ਬਾਵਜੂਦ ਵੀ ਕੌਮ ਦੇ ਵਿੱਚ ਵਿਸ਼ਵਾਸ ਕਿਉਂ ਨਹੀਂ ਵਾਪਸ ਪੈਦਾ ਕਰ ਪਾ ਰਹੀ ਸ਼੍ਰੋਮਣੀ ਕਮੇਟੀ? ਇਹੀ ਤਾਂ ਕਾਰਨ ਮੈਂ ਤਾਂ ਜਾਣਨਾ ਇਹੀ ਪ੍ਰੋਬਲਮ ਹੈ ਕਿ ਜਦੋਂ ਅਕਾਲ ਤਖਤ ਸਾਹਿਬ ਜੀਆਂ ਦੀ ਅਗਵਾਈ ਦੇ ਵਿੱਚ ਤੇ ਇੱਕ ਉੱਚ ਪੱਧਰੀ ਜਾਂਚ ਕਮੇਟੀ ਬਣ ਗਈ, ਜਾਂਚ ਕਮੇਟੀ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ। ਪਰ ਮੈਂ ਸਮਝਦਾ ਅਕਾਲ ਤਖਤ ਸਾਹਿਬ ਨੂੰ ਇਹ ਜਿਹੜੇ ਸਾਡੇ ਭਰਾਵਾਂ ਨੂੰ ਬੇਨਤੀ ਹੈ ਕਿ ਆਪਾਂ ਸਮਝੀਏ ਦਿੱਲੀ ਦੀਆਂ ਚਾਲਾਂ, ਸਮਝੀਏ ਹਕੂਮਤ ਦੀਆਂ ਚਾਲਾਂ, ਕਿ ਉਹ ਪੜਤਾਲੀਆ ਟੀਮ ਜੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਨੀਅਤ ਤੇ ਅੱਜ ਵੀ ਜੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀਆਂ ਦੀ ਨੀਅਤ ਤੇ ਸ਼ੱਕ ਕਰ ਰਹੇ ਆ ਸਾਡੇ ਭਰਾ, ਤੇ ਮੈਂ ਸਮਝਦਾ ਫਿਰ ਤਾਂ ਇਹ ਸਮਝ ਲਓ ਦਿੱਲੀ ਦੇ ਸ਼ਾਸਕ ਦਾ ਸ਼ਿਕਾਰ ਆ, ਆਪਾਂ ਸ਼ਾਸਕ ਦੇ ਵਿੱਚ ਹਿੱਸੇਵਾਲ ਆ, ਭਾਈਵਾਲ ਹੈ। ਕਿਉਂਕਿ ਜਦੋਂ 16 ਅਧਿਕਾਰੀਆਂ ਤੇ ਕਾਰਵਾਈ ਕਰਤੀ ਤੇ ਉਸ ਤੋਂ ਬਾਅਦ ਫੌਜਦਾਰੀ ਕੇਸ ਤੋਂ ਸਿਰਫ ਇਸੇ ਕਰਕੇ ਹੀ ਚੱਲ ਰਹੇ ਆ। ਫੌਜਦਾਰੀ ਕੇਸ ਕਰਨਾ ਕੋਈ ਵੱਡੀ ਗੱਲ ਨਹੀਂ, ਪਰ ਫੌਜਦਾਰੀ ਕੇਸ ਕਰ ਦਿਆਂਗੇ 295 ਲੱਗ ਜਾਣੀ ਹੈ ਤੇ 5 ਲੱਖ ਦੇ ਕਰਪਸ਼ਨ ਦਾ ਗਵਰਨ ਦਾ ਹੋ ਜਾਣਾਗਾ। ਪਰ ਉਹ ਸਾਰੇ ਕੋਰਟਾਂ ਜਿਹੜੀਆਂ ਅਦਾਲਤਾਂ ਪਹਿਲੀ ਗੱਲ ਉਹ ਸਬੂਤਾਂ ਮੰਗਦੀਆਂ ਨੇ ਨਾ ਜੀ। ਉਸ ਤੋਂ ਬਾਅਦ ਤੇ ਕੋਈ ਇਹ ਤਾਂ ਹੈ ਨਹੀਂ ਵੀ ਮੁਜ਼ਾਹਰਿਆਂ ਨਾਲ ਧਰਨੇ ਨਾਲ ਜਿਵੇਂ ਆਪਾਂ ਸ਼੍ਰੋਮਣੀ ਕਮੇਟੀ ਜਾਂ ਮਤਲਬ ਪ੍ਰਭਾਵ ਚ ਆਪਾਂ ਇੱਕ ਦਬਾਅ ਚ ਆਪਣੇ ਭਰਾਵਾਂ ਨੂੰ ਲਿਆਉਣੇ ਆ, ਆਪਾਂ ਆ ਜੰਨੇ ਆ ਕਿ ਉਸ ਤੋਂ ਬਾਅਦ ਮਤਲਬ ਉਦੋਂ ਸਰਕਾਰ ਨੂੰ ਜੇ ਦਾਖਲਅੰਦਾਜ਼ੀ ਕਰਦੇ ਆ ਤਾਂ ਸਰਕਾਰ ਬਹੁਤ ਜ਼ਿਆਦਾ ਆਪਣੇ ਪ੍ਰਬੰਧਾਂ ਦੇ ਵਿੱਚ ਅੰਦਰ ਦਾਖਲਅੰਦਾਜ਼ੀ ਕਰੂਗੀ ਤੇ ਉਸ ਤੋਂ ਬਾਅਦ ਸਜ਼ਾ। ਹੁਣ ਤੁਸੀਂ ਦੇਖੋ ਜਿੰਨਾ ਲੋਕਾਂ ਨੂੰ ਜਿੰਨਾ ਗੱਲਾਂ ਬਿਆਨ ਦੇਣ ਤੋਂ ਪਹਿਲੇ ਸੋਚਣੀਆਂ ਚਾਹੀਦੀਆਂ ਸੀ ਕੀ ਆਪਾਂ ਬਿਨਾਂ ਸੋਚੇ ਬਿਆਨ ਕਿਉਂ ਦਿੱਤੇ ਤਾਂ ਉਹਨਾਂ ਦੇ ਉੱਪਰ ਮੁਕੱਦਮੇ ਦਰਜ ਕਰਾਏ ਜਾਣਗੇ? ਕਿਉਂਕਿ ਅਸਲ ਚ ਕਾਰਨ ਇਹ ਹੈਗਾ ਕਿ ਸ਼ਾਇਦ ਉਹਨਾਂ ਦੇ ਮੁਕੱਦਮੇ ਦਰਜ ਕਰਾਉਣ ਦੇ ਨਾਲ ਕੋਈ ਵੱਡੇ ਉਹਨਾਂ ਦੇ ਜਿਹੜੇ ਸਿਰ ਤੇ ਬੈਠੇ ਨੇ ਸ਼ਾਇਦ ਉਹਨਾਂ ਦੇ ਰਾਜ ਖੁੱਲਨੇ ਸੀਗੇ। ਇਹ ਕਾਰਨ ਹੈਗਾ ਅਸਲ ਦੇ ਵਿੱਚ। ਨਹੀਂ, ਮੈਂ ਇਹ ਬੇਨਤੀ ਕਰਦਾ ਸਾਡੇ ਭਰਾਵਾਂ ਨੂੰ ਜਿਹੜੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਆਪਾਂ ਅੰਦਰ ਧਰਨਾ ਲਾਈ ਬੈਠੇ, ਕਿਤੇ ਵੇਖਿਆ ਗੁਰੂ ਰਾਮਦਾਸ ਮਹਾਰਾਜ ਦਰ ਦੇ ਅੰਦਰ ਧਰਨਾ? ਠੀਕ ਹੈ, ਧਰਨਾ ਲਾਓ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵਾਰਗੇ ਲਾ ਲਓ, ਐਗਜ਼ੈਕਟਿਵ ਦੇ ਵਾਰਗੇ ਲਾ ਲਓ, ਧਰਨਾ ਲਾਓ। ਗੁਰੂ ਰਾਮਦਾਸ ਮਹਾਰਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਾਂਝੀ ਹੈ ਕੌਮ ਦੀ, ਕੋਈ ਭਰਾ ਉੱਥੇ ਜਾ ਕੇ ਪ੍ਰਬੰਧ ਆ ਸਕਦਾ। ਹਾਂ, ਆਪਾਂ ਪੋਲੀਟੀਕਲ ਲੀਡਰਾਂ ਦੇ ਅੱਗੇ ਵਾਰਗੇ ਲਾ ਸਕਦੇ ਹਾਂ ਤੇ ਗੁਰੂ ਰਾਮਦਾਸ ਨਹੀਂ ਮੇਰੀ ਬੇਨਤੀ ਸ਼੍ਰੋਮਣੀ ਕਮੇਟੀ ਨੂੰ ਚੁਣਿਆ ਕਿਨੇ? ਸਿੱਖਾਂ ਨੇ ਨਾ। ਉਹ ਸ਼੍ਰੋਮਣੀ ਜੇ ਚੁਣੇ ਆ, ਉਹਨਾਂ ਨੇ ਵੋਟ ਪਾ ਕੇ ਚੁਣੇ ਆ, ਤੇ ਸਵਾਲ ਕੋਈ ਹੋਰ ਅੰਗਰੇਜ਼ ਆ ਕੇ ਪੁੱਛਣਗੇ? ਆਪ ਦੇ ਸਿੱਖ ਹੀ ਤਾਂ ਪੁੱਛਣਗੇ ਨਾ। ਫਿਰ ਲਾਓ ਪ੍ਰਧਾਨ ਦੇ ਵਾਰਗੇ ਧਰਨਾ, ਪ੍ਰਧਾਨ ਦੇ ਗੁਰੂ ਰਾਮਦਾਸ। ਸੁਣੋ, ਅੱਜ ਪਹਿਲਾਂ ਮੇਰੀ ਬੇਨਤੀ ਇਹ ਹੈ, ਮੈਂ ਗੱਲ ਪਹਿਲਾਂ ਵੀ ਕਰਿਆ ਸੀ, ਜੋ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਟੈਂਕ ਤੋਪ ਵੀ ਵਾੜੇ ਉਸ ਦਰਬਾਰ ਸਾਹਿਬ ਦੇ ਵਿੱਚ, ਟੈਂਕ ਤੋਪ ਪਰੰਟ ਆਇਆ ਤੇ ਹੁਣ ਕਿਤੇ ਨਾ ਕਿਤੇ ਸਾਡੇ ਹੀ ਭਰਾਵਾਂ ਨੂੰ ਗੁੰਮਰਾਹ ਕਰਕੇ ਜਾਂ ਉਹਦੀ ਭਾਵਨਾਵਾਂ ਸੈਂਟੀਮੈਂਟ ਨੂੰ ਵੇਖਦੇ ਹੋਏ ਹਰਮੰਦਰ ਸਾਹਿਬ ਦੇ ਵਿੱਚ ਬਾੜਤਾ। ਤੁਸੀਂ ਕਿਸੇ DC ਦੇ ਉੱਤੇ ਧਰਨਾ ਲੱਗਣਾ ਹੋਵੇ 5 ਕਿਲੋਮੀਟਰ ਦੂਰ ਰੋਕ ਲੈਂਦੇ ਆ, ਮੋਤੀ ਮਹਿਲ ਨੂੰ ਧਰਨਾ ਲੱਗਣਾ ਹੋਵੇ 5 ਕਿਲੋਮੀਟਰ ਦੂਰ ਰੋਕ ਲੈਂਦੇ ਆ, ਸੈਕਟਰੀਏਟ ਲੱਗਣਾ ਚੰਡੀਗੜ੍ਹ ਧਰਨਾ ਲਾਉਣਾ ਮਹਾਲੀ ਰੋਕ ਲੈਂਦੇ ਆ। ਜਦੋਂ ਸਾਡੇ ਭਰਾਵਾਂ ਨੇ ਇਹ ਕਿਹਾ ਸੀ ਵੀ ਅਸੀਂ ਧਰਨਾ ਲਾਵਾਂਗੇ ਤਾਂ ਕੀ ਕੈਪਟਨ ਅਮਰਿੰਦਰ ਸਿੰਘ ਕਿੱਥੇ ਸੁੱਤਾ ਪਿਆ ਸੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਅੰਦਰ? ਉਸ ਦਿਨ ਤੁਸੀਂ ਵੇਖਿਆ ਕਿ ਸਾਡਾ ਜੋੜਾ ਘਰ ਬੰਦ ਹੈ, ਜੋੜਾ ਸੰਗਤਾਂ ਜੋੜੇ ਨਹੀਂ ਜਮ੍ਹਾਂ ਕਰਾ ਸਕਦੀਆਂ, ਸੰਗਤਾਂ ਦਫ਼ਤਰਾਂ 'ਚ ਨਹੀਂ ਜਾ ਸਕਦੀਆਂ, ਸੰਗਤਾਂ ਬਾਬਾ ਟੱਲ ਤੇ ਨਹੀਂ ਜਾ ਸਕਦੀਆਂ, ਸੰਗਤਾਂ ਅਸੀਂ ਇਦਾਂ ਦੇ ਨਹੀਂ। ਮੇਰੀ ਬੇਨਤੀ ਦਰਵਾਜ਼ੇ ਨੇ ਜੀ ਦਰਬਾਰ ਸਾਹਿਬ ਦੇ 5-6 ਦਰਵਾਜ਼ੇ ਨੇ ਜੀ, ਸਾਰੇ ਰਸਤੇ ਬੰਦ ਸੀ। ਨਹੀਂ 5-6 ਦਰਵਾਜ਼ੇ ਨੇ, ਚਾਰ ਪਾਸੇ ਉਹਦੀ ਖੁੱਲਾ ਹੈ, ਇੱਕ ਸਿਰਫ ਇੱਕੋ ਪਾਸੇ ਲਾ ਕੇ ਬੈਠੇ ਹੋ। ਨਹੀਂ ਇੱਕ ਪਾਸੇ ਨਹੀਂ, ਬਾਬਾ ਟੱਲ ਤੇ ਸੰਗਤ ਨੇ ਨਮਸਕਾਰ ਜੋੜਾ ਘਰ, ਜਦੋਂ ਆਪਾਂ ਮੇਨ ਜੋੜਾ ਘਰ ਬੰਦ ਕਰਤਾ, ਉਸ ਤੋਂ ਜੋੜਾ ਬੰਦ ਕਰਤਾ, ਫਿਰ ਸੋ ਜਦ ਆਪਣੇ ਪਿਓ ਤੇ ਹਮਲਾ ਹੋ ਜਾਵੇ ਤੇ ਹੋਰ ਕਰੀਏ ਕੀ? ਦੱਸੋ, ਹਜੇ ਤਾਂ ਫਿਰ ਵੀ ਜਦੋਂ ਪਿਓ ਗਾਇਬ ਹੋ ਜਾਏ, ਗੁੰਮਸ਼ੁਦਾ ਹੋ ਜਾਏ, ਨਹੀਂ ਪਿਓ ਗਾਇਬ ਹੁੰਦਾ, ਨਹੀਂ ਗਾਇਬ ਹੁੰਦਾ, ਉਹ ਪਿਓ ਸਾਨੂੰ ਬੁਲਾਉਂਦਾ, ਉਹ ਪਿਓ ਸਾਨੂੰ 84 ਲੱਖ ਦੇ ਵਿੱਚੋਂ ਇੱਕ ਜੂਨ ਦੇ ਵਿੱਚ ਇਨਸਾਨੀ ਜੂਨ ਦੇ ਵਿੱਚ ਲੈ ਕੇ ਆਉਂਦਾ। ਕਿ ਉਹ ਪਿਓ ਨੂੰ ਆਪਾਂ ਗਾਇਬ ਕਰਨ ਦੀਆਂ ਗੱਲਾਂ ਕਰਦੇ ਆ? ਉਹ ਪਿਓ ਦੀ ਬੇਅਦਬੀ ਕਰਨ ਦੀਆਂ ਗੱਲਾਂ ਕਰਦੇ ਆ? ਨਹੀਂ, ਇਹ ਆਪਾਂ ਸਾਰੀ ਕਮੇਟੀ ਤੇ ਵਿਸ਼ਵਾਸ ਰੱਖਿਆ ਗਿਆ ਸੀਗਾ, ਉਸੇ ਕਮੇਟੀ ਨੂੰ ਜੇ ਸਵਾਲ ਨਹੀਂ ਕਰਾਂਗੇ ਤੇ ਕਿਸ ਨੂੰ ਕਰਾਂਗੇ ਜੀ? ਸਵਾਲ ਜੇ ਕੀਤੇ ਤੇ 16 ਚੀਫ ਸੈਕਟਰੀ ਤੋਂ ਵੱਡਾ ਅਹੁਦਾ ਦੱਸ ਦਿਓ ਤੁਸੀਂ। ਗੁਰਪ੍ਰੀਤ ਸਿੰਘ ਕੌਣ ਹੁੰਦਾ ਚੀਫ ਸੈਕਟਰੀ ਤੋਂ ਵੱਡਾ? ਚੀਫ ਸੈਕਟਰੀ ਤੋਂ
ਕੋਈ ਬਿਆਨ ਕਿਉਂ ਦਿੱਤੇ ਫਿਰ ਤੁਸੀਂ 328 ਦੇ 328 ਸਰੂਪਾਂ ਦਾ ਤੁਸੀਂ ਡਿਟੇਲ ਦੱਸ ਦਿਓ ਜੀ। 328 ਸਰੂਪ ਉੱਥੇ ਪਏ ਆ, ਇੱਕ ਲਿਸਟ ਕੱਢ ਕੇ ਐਡਰੈਸ ਦੀ ਪਾ ਦਿਓ ਜੀ। ਜਦੋਂ ਮੈਂ ਦੱਸਤਾ ਵੀ ਸੰਗਤ ਦੋ ਸਰੂਪ ਇੱਕ ਸਰੂਪ ਲੈ ਕੇ ਆਂਦਾਗਾ, ਜੇ 4 ਸਰੂਪ ਨਾਲ 5 ਸਰੂਪ ਲਿਆਂਦੇ ਤੇ ਉਸ ਤੋਂ ਬਾਅਦ ਇਹਦਾ ਫਿਰ ਲੰਮੇ ਟਾਈਮ 'ਚ ਹੀ ਪੜਤਾਲ ਹੋ ਸਕਦੀ ਹੈ ਨਾ। ਇਸ ਦੀ ਤਾਂ ਇਸ ਪੜਤਾਲ ਤਾਂ ਲੰਮੇ ਟਾਈਮ 'ਚ ਹੀ ਹੋਊਗੀ ਤੇ ਫਿਰ ਇਹੀ ਤਾਂ ਪੜਤਾਲ ਜਾਰੀ ਰੱਖੀ, ਇਹੀ ਤਾਂ ਕਾਰਵਾਈ ਅਨਾਉਂਸਮੈਂਟ ਕੀਤੀ ਗਈ ਕਿ ਪੜਤਾਲ ਦੁਬਾਰਾ ਜਾਰੀ ਨਹੀਂ। ਉਹ ਤਾਂ ਦੱਸੋ ਨਾ, ਇਹ ਦੱਸ ਦਿਓ, ਜਾਂ ਤੇ ਇਹ ਕਹਿ ਦਿਓ ਜੀ ਦੁਬਾਰਾ ਤੁਸੀਂ ਘੋਖ ਕਰ ਰਹੇ ਆ, ਜਾਂ ਤੇ ਇਹ ਬਿਆਨ ਦੇ ਦਿੱਤਾ ਜਾਵੇ। ਬਿਆਨ ਕਿਉਂ ਤਾਂ ਕਹਿ ਦਿਓ ਜੀ ਇਸ ਦੁਬਾਰਾ ਇੱਕ ਕਮੇਟੀ ਬਣਾਈ ਜਾਵੇ। ਪੜਤਾਲੀਆ ਕਮੇਟੀ ਦਾ ਰਿਪੋਰਟ ਪੂਰੀ ਡਿਟੇਲ ਹੁੰਦਾ ਨਾ ਜੀ, ਅੱਧੀ ਡਿਟੇਲ ਤਾਂ ਨਹੀਂ ਨਾ ਹੁੰਦਾ। ਜਾਂ ਤੇ ਪੜਤਾਲੀਆ ਕਮੇਟੀ ਤੋਂ ਪਹਿਲੇ ਕੋਈ ਧਰਨਾ ਲੱਗਾ, ਰਿਪੋਰਟ ਆਉਣ ਤੋਂ ਬਾਅਦ ਹੀ ਲੱਗਾ ਨਾ ਚੱਬਰ ਸਾਹਿਬ। ਜੇ ਬਾਅਦ ਜਾਂ ਤੇ ਵਿੱਚ ਲੱਗਾ ਹੋਵੇ ਕਿ ਵੀ ਕਾਰਵਾਈ ਰੋਕੀ ਜਾ ਰਹੀ ਹੈ, ਜਦ ਪੜਤਾਲੀਆ ਕਮੇਟੀ ਰਿਪੋਰਟ ਦੇ ਰਹੀ ਹੈ ਤੇ ਜਾਂ ਤੇ ਫਿਰ ਪੂਰੀ ਡਿਟੇਲ ਦਵੇ। ਦੋਸ਼ੀ ਪਾ ਦੇ, ਕਹਿ ਦਿਓ ਨਹੀਂ ਦੋਸ਼ੀ ਪਾ ਦੇ। ਮੈਂ ਬੇਨਤੀ ਹੈ, ਮੈਨੂੰ ਸਾਜ਼ ਤੇ ਸ਼ੰਕਾ ਇਸ ਕਰਕੇ ਹੋ ਰਹੀ ਹੈ ਸਾਡੇ ਭਰਾਵਾਂ ਤੇ ਜਿਹੜੇ ਵੀ ਧਰਨੇ ਮੁਜ਼ਾਹਰੇ ਕਰ ਰਹੇ ਹੈ ਵੀ ਬੜਾ ਅਫਸੋਸ ਹੈ। ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਕਿ ਸਿੱਖ ਕੌਮ ਗੁਲਾਮ ਹੈ, ਪੰਛੀ ਕੱਲਾ ਸ਼ਿਕਾਰੀ ਵਾਲੇ ਹੈ। ਆਪਾਂ ਸ਼ਾਸਨ ਦੇ ਅਧੀਨ ਸ਼ਿਕਾਰ ਹੋ ਰਹੇ ਹਾਂ। ਕੁਝ ਲੋਕ ਜਾਣ ਕੇ ਰਾਜਨੀਤੀ ਕਰ ਰਹੇ ਹੈ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਰਾਜਨੀਤੀ ਕਰਨ ਵਾਸਤੇ ਹੋਰ ਬਹੁਤ ਪਲੇਟਫਾਰਮ ਹੈ। ਜੇ ਤੁਸੀਂ ਇਹ ਮਸਲੇ ਤੇ ਰਾਜਨੀਤੀ ਨਹੀਂ ਕਰ ਰਹੇ, ਸਿੱਖ ਕੌਮ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਅਕਾਲ ਤਖਤ ਸਾਹਿਬ ਨੂੰ ਨੀਮਾ ਦਿਖਾਉਣ ਦੀ ਸਾਜ਼ਿਸ਼ ਕਰ ਰਹੇ ਹੋ। ਮੈਨੂੰ ਮੇਰੀ ਗੁਰਪ੍ਰੀਤ ਸਿੰਘ ਦੀ ਬੇਨਤੀ ਸੋ ਤੂੰ ਕਵਰ ਕਰਦੇ ਹੋ, ਉੱਥੇ ਵੀ ਕਵਰ ਕਰ ਰਹੇ ਹੋ ਤੇ ਅੰਮ੍ਰਿਤਸਰ ਵੀ ਤੇ ਲੌਂਗੋਵਾਲ ਵੀ ਕਵਰ ਕਰ ਰਹੇ ਹੋ। ਤੇ ਤੁਸੀਂ ਕਿਸੇ ਨੇ ਕਿਹਦੇ ਕਿਹਾ ਕਿਹਦੇ ਕਮਲਜੀਤ ਸਿੰਘ ਦੇ, ਬਾਜ ਸਿੰਘ ਦੇ, ਜਿਨ੍ਹਾਂ ਨੇ ਕਰਪਸ਼ਨ ਕੀਤੀ, ਕਰਪਸ਼ਨ 5 ਲੱਖ ਦੇ ਲਾਲਚ ਦੇ ਵਿੱਚ ਕੌਮ ਨੂੰ ਇਹ ਜਿਹੇ ਮਸਲੇ 'ਚ ਵਾੜਤਾ ਕਿ ਉਹਨਾਂ ਦੇ ਬਾਰ ਕੇ ਧਰਨਾ ਲਾਇਆ, ਕਿਤੇ ਉਹਨਾਂ ਦੀ ਬਾਹ ਮਰੋੜੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਐਡੇ ਵੱਡੀ। ਉਹ ਮੁਲਾਜ਼ਮ ਕਿਹਦੇ ਨੇ? ਹੈ ਜੀ, ਉਹ ਮੁਲਾਜ਼ਮ ਕਿਹੜੀ ਕਮੇਟੀ ਦੇ? ਉਹ ਸਿੱਖ ਕੌਮ ਦੀ ਸੰਸਥਾ ਸ਼੍ਰੋਮਣੀ ਕਮੇਟੀ ਦੇ ਸੀ। ਤਾਈਓ ਹਟਾਏ ਨਹੀਂ ਹਟਾਏ ਕਾਰਵਾਈ ਕੀਤੀ ਕਿ ਨਹੀਂ? ਕਾਰਵਾਈ ਕੀਤੀ ਕਿ ਨਹੀਂ? ਕਾਰਵਾਈ ਕੀਤੀ ਕਿ ਨਹੀਂ? ਲੱਗੇਗਾ ਨਾ 16 ਅਧਿਕਾਰੀ ਤੇ ਚੀਫ ਸੈਕਟਰੀ ਦਾ ਕਾਰਵਾਈ ਕੀਤੀ ਕਿ ਨਹੀਂ ਕੀ? ਸੀਨੀਅਰ ਮੀਤ ਪ੍ਰਧਾਨ ਤੋਂ ਅਸਤੀਫਾ ਲੈਤਾ ਕਿ ਨਹੀਂ ਲੈਤਾ? ਤੇ ਮੁਕੱਦਮਾ ਦਰਜ ਕਰਾਉਣ 'ਚ ਹਰਜ ਕੀ ਹੈ ਫਿਰ? ਮੁਕੱਦਮਾ ਕੀ ਤੁਸੀਂ ਮੈਨੂੰ ਇਹ ਚਾਹੁੰਦੇ ਹੋ? ਤੁਸੀਂ ਇਹ ਚਾਹੁੰਦੇ ਹੋ ਵੀ ਸਿੱਖ ਕੌਮ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਵਿੱਚ ਸਰਕਾਰ ਦਖਲਅੰਦਾਜ਼ੀ ਕਰੇ? ਤੁਸੀਂ ਇਹ ਚਾਹੁੰਦੇ ਹੋ? ਉਹ ਲੋਕ ਸ਼੍ਰੋਮਣੀ ਕਮੇਟੀ ਕੋਈ ਅਦਾਲਤਾਂ 'ਚ ਕੋਈ ਕੇਸ ਨਹੀਂ ਲੜ ਰਹੀ ਕਿ ਸ਼੍ਰੋਮਣੀ ਕਮੇਟੀ ਦੇ ਖਿਲਾਫ ਜਾਂ ਸ਼੍ਰੋਮਣੀ ਕਮੇਟੀ ਨੇ ਕੋਈ ਇਸ ਤੋਂ ਪਹਿਲੇ ਕੋਈ ਪੁਲਿਸ ਪ੍ਰਸ਼ਾਸਨ ਕੋਈ ਮੁਕੱਦਮੇਦਾਰ ਨਹੀਂ ਕੀਤੇ? ਮੈਨੂੰ ਦੱਸ ਦਿਓ ਕਿੰਨੇ ਕੇਸ ਚੱਲਦੇ ਪਏ ਆ, ਕਿੱਥੇ ਕਿੱਥੇ ਤੁਸੀਂ ਜਾ ਕੇ ਲੜ ਰਹੇ ਹੋ ਅਦਾਲਤ? ਜਾਂ ਤੇ ਤੁਸੀਂ ਕਦੀ ਅਦਾਲਤਾਂ 'ਚ ਗਏ ਨਾ ਹੋਵੋ। ਮਤਲਬ ਆਪਾਂ ਅਕਾਲ ਤਖਤ ਸਾਹਿਬ ਨੂੰ ਤੁਸੀਂ ਇਹ ਕਹੇ ਨਾ ਗੁਰਪ੍ਰੀਤ ਸਿੰਘ ਆਪਾਂ ਅਕਾਲ ਤਖਤ ਸਾਹਿਬ ਨਹੀਂ ਮੰਨਦੇ, ਤੁਸੀਂ ਇਹ ਕਹੇ ਹੋ ਵੀ ਅਕਾਲ ਤਖਤ ਸਾਹਿਬ ਵਿੱਚ ਨਹੀਂ ਮੰਨਦੇ? ਬਿਲਕੁਲ ਸਰ, ਜਦੋਂ ਅਕਾਲ ਤਖਤ ਸੀ, ਜਦੋਂ ਅਸੀਂ ਸਮਰਪਿਤ ਹਾਂ ਬਿਲਕੁਲ। ਉਹ ਸਾਰੀ ਜਦੋਂ ਸਮਰਪਿਤ ਆ। ਮੈਂ ਇਸ ਟਾਈਮ ਐਸਜੀਪੀਸੀ ਦੀ ਗੱਲ ਚੱਲ ਰਹੀ ਹੈ, ਅਕਾਲ ਤਖਤ ਸਾਹਿਬ ਦੇ ਮੁੱਦੇ ਦੀ ਗੱਲ ਨਹੀਂ ਚੱਲ ਰਹੀ। ਜਿਹੜੇ ਮਸਲਿਆਂ ਤੇ ਵਿਚਾਰ ਹੋਰ ਸੁਣੋ, ਜਾਂ ਤੇ ਅਦਾਲਤ ਤੁਸੀਂ ਗਏ ਹੋ ਨਾ ਅਦਾਲਤ 'ਚ? ਮੈਨੂੰ ਪਹਿਲੇ ਦੱਸ ਦਿਓ ਗਏ ਹੋ ਕਿ ਨਹੀਂ ਗਏ ਹੋ? ਜਿਹੜੇ ਮਸਲੇ ਤੁਸੀਂ ਕੋਰਟਾਂ ਦੇ ਵਿੱਚ ਕੇਸ ਐਸਜੀਪੀਸੀ ਲੜਦੀ ਹੈ ਕਿ ਨਹੀਂ ਲੜਦੀ? ਐਸਜੀਪੀਸੀ ਦਾ ਲੀਗਲ ਸੈੱਲ ਹੈ ਕਿ ਨਹੀਂ ਹੈ ਕਿ ਐਸਜੀਪੀਸੀ ਨੇ ਕਈ ਐਫਆਰਆਈਆਂ ਕਰਾਈਆਂ ਜਾਂ ਨਹੀਂ ਕਰਾਈਆਂ? ਜਾਂ ਤੇ ਤੁਸੀਂ ਪਹਿਲੇ ਬਿਰਤ ਨਾ ਸ਼ੁਰੂ ਕਰਦੇ? ਕੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮਸਲਾ ਆਪਾਂ ਲੈ ਕੇ ਜਾਈਏ? ਕੀ ਆਪਾਂ ਪੁਲਿਸ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬਰਾਮਦਗੀ ਕਰੇ? ਤੁਸੀਂ ਦੱਸੋ। ਤੁਸੀਂ ਜੇ ਪਰਚਾ ਦਰਜ ਹੋਊਗਾ ਤੇ ਗੁਰੂ ਪਾਵਨ ਸਰੂਪ ਬਰਾਮਦ ਕਰਨੇ ਪੈਣਗੇ। ਮਤਲਬ ਮੇਰੀ ਗੱਲ ਸੁਣ, ਤੁਸੀਂ ਚੈੱਕ ਤਾਂ ਕਰ ਸਕਦੇ ਹੋ ਨਾ? ਚੈੱਕ ਕਰਿਆ ਜਦੋਂ ਤੁਹਾਨੂੰ ਕਮਲਜੀਤ ਸਿੰਘ ਕੱਢ ਕੇ ਦੇਤਾ, ਬਾਜ ਸਿੰਘ ਕੱਢ ਕੇ ਦੇਤਾ, 16 ਅਧਿਕਾਰੀ ਕੱਢ ਕੇ ਦੇਤੇ, ਉਹਦੇ ਵਾਸਤੇ ਆਪਾਂ ਕੀ ਕਰ ਰਹੇ ਹਾਂ? ਉਹਦੇ ਵਾਸਤੇ ਆਪਾਂ ਕੀ ਕਰ ਰਹੇ ਹਾਂ? ਤੁਸੀਂ ਦੱਸੋ। ਜਦੋਂ ਅਕਾਲ ਤਖਤ ਹੁੰਦੀ ਹੈ, ਕਰਪਸ਼ਨ ਦਾ ਕੀ ਮਤਲਬ ਹੈ? ਤੁਸੀਂ ਇਹ ਦੱਸੋ। ਮਤਲਬ ਹੈ ਕਿ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ 'ਚ ਕਰਪਸ਼ਨ ਕਰਨ ਦਾ ਦੋਸ਼ੀ ਜਿਹੜਾ ਇਨਸਾਨ ਹੋ ਜੇ, ਉਹਦਾ ਪਰਿਵਾਰ, ਉਹਦੇ ਬੱਚੇ, ਉਹਦੇ ਕੀ ਤੁਸੀਂ ਦੇਖੋ ਕੀ ਪ੍ਰਮਾਤਮਾ ਰੰਗ ਤੁਸੀਂ ਆਉਣ ਵਾਲੇ ਸਮਾਂ ਤਾਂ ਵੇਖੋ ਨਾ ਕੀ ਹੋਣਾ ਅਜੇ। ਉਸ ਤੋਂ ਬਾਅਦ ਗੁਰੂ ਦੀ ਸਜ਼ਾ ਤਾਂ ਵੱਡੀ ਮੰਨਦੇ ਆ ਨਾ ਆਪਾਂ, ਕਿ ਨਹੀਂ ਮੰਨਦੇ? ਜੇ ਆਪਾਂ ਗੁਰੂ ਤੇ ਵਿਸ਼ਵਾਸ ਨਹੀਂ, ਗੁਰੂ ਤੇ ਭਰੋਸਾ ਨਹੀਂ, ਆਪਾਂ ਤਾਂ ਗੁਰੂ ਨੂੰ ਸਾਫ਼ ਦਿਵਾਉਣ ਲੱਗੇ ਹੋਏ ਆ, ਇਨਸਾਫ 'ਚ ਪਏ ਆ। ਪਰ ਤੁਸੀਂ ਇਹ ਤਾਂ ਵੇਖੋ ਜਿਹੜਾਂ ਤੇ ਗੁਰੂ ਦਾ ਸਰੂਪਾਂ ਤੇ ਕਰਪਸ਼ਨ ਕਰਨ ਦਾ ਦਾਗ ਲੱਗਿਆ, ਉਹਨਾਂ ਦੇ ਦੇਖੋ ਤੇ ਉਹਨਾਂ ਦਾ 14 ਜਿਹੜਾ 20 30 40 ਲੱਖ ਰੁਪਇਆ ਜੋ ਕੌਮ ਦੇ ਸਰਮਾਏ 'ਚ ਪਿਆਗਾ, ਜਿਨ੍ਹਾਂ ਤੋਂ ਉਹਨੇ ਤਾਂ ਮਤਲਬ ਫੰਡਾਂ ਦੇ ਹਜੇ ਪਏ ਨੇ, ਉਹ ਲੈਣੇ ਨੇ। ਹਾਂ ਆਪਾਂ ਪਰਚਾ ਕਰਾ ਕੇ ਉਹ ਪਰਚੇ ਦੇ ਵਿੱਚੋਂ ਪ੍ਰੂਫ ਨਾ ਮਿਲੇ, ਸਰਕਾਰ ਅਰੈਸਟ ਨਾ ਕਰਨਗੇ ਤੇ ਗ੍ਰਿਫਤਾਰੀਆਂ ਨਹੀਂ ਹੋਣੀਆਂ ਤੇ ਉਸ ਤੋਂ ਬਾਅਦ ਫਿਰ ਸਜ਼ਾ ਨਹੀਂ ਮਿਲਣੀ ਤੇ ਉਸ ਤੋਂ ਬਾਅਦ ਫਿਰ ਆਪਾਂ ਉਹਨੂੰ ਬਰੀ ਕਰਕੇ ਸਿੱਖ ਕੌਮ ਦੇ ਖਜ਼ਾਨੇ 'ਚੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ ਦੇ ਵਿੱਚੋਂ ਆਪਾਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਫੰਡ ਆ ਉਹ ਵੀ ਲੀਕ ਕਰੋ, ਬਹਾਲ ਕਰੋ, ਤਨਖਾਹ ਦਿਓ। ਫਿਰ ਮਤਲਬ ਇਹ ਚਾਹੁੰਦੇ ਆਪਾਂ ਕੀ ਆਪਾਂ ਇਹ ਸ਼ਾਸਨ ਦੇ ਹਿੱਸਾ ਬਣਨੇ ਚਾਹੁੰਦੇ ਆ? ਉਹ ਤਾਂ ਆਪ ਕੋਰਟ ਜਾਣਗੇ, ਜਿਹੜੇ 16 ਮੁਲਾਜ਼ਮ ਹੈ ਉਹ ਤਾਂ ਆਪ ਕੋਰਟ ਜਾਣ ਦੀ ਤਿਆਰੀ 'ਚ ਨੇ, ਜਾਣਗੇ। ਤੇ ਜੇ ਆਪਾਂ ਕਿਸ ਵਾਸਤੇ ਉਹ ਕਹਿੰਦੇ ਸਾਡੇ ਨਾਲ ਧੱਕਾ ਹੋਇਆ, ਉਹ ਇਹ ਕਹਿੰਦੇ ਨੇ ਕਿਉਂਕਿ ਕੋਰਟਾਂ ਦੇਸ਼ ਦੀਆਂ ਕੋਰਟਾਂ। ਤੁਸੀਂ ਇਹ ਦੇਖੋ ਬਰਗਾੜੀ ਕਾਂਡ 2015 'ਚ ਹੋਇਆ, ਸੀਬੀਆਈ ਨੂੰ ਦੇਤਾ, ਕੱਢਤਾ ਸੀਬੀਆਈ ਨੇ, ਕੱਢਤਾ ਸਟੇਟ ਗਵਰਨਮੈਂਟ ਨੇ। ਨਹੀਂ ਕੱਢਦੀਆਂ, ਇਹ ਦੇਸ਼ ਦੀਆਂ ਹਕੂਮਤਾਂ ਸੀ, ਗੁਲਾਮ ਆ।
ਨਹੀਂ ਕੱਢਦੀਆਂ। ਇਸੇ ਕਰਕੇ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਹੋ ਰਿਹਾ, ਜੋ ਸਾਡਾ ਗੁਰੂ ਗ੍ਰੰਥ ਸਾਹਿਬ ਮਹਿਫੂਜ਼ ਨਹੀਂ, ਸਾਡਾ ਪੰਥ ਮਹਿਫੂਜ਼ ਨਹੀਂ, ਸਾਡੇ ਧਾਰਮਿਕ ਮਹਿਫੂਜ਼ ਨਹੀਂ, ਸਾਡੇ ਪੰਜਾਬੀ ਮਹਿਫੂਜ਼ ਨਹੀਂ, ਸਾਡੀ ਬੋਲੀ ਮਹਿਫੂਜ਼ ਨਹੀਂ। ਇਸੇ ਕਰਕੇ ਤਾਂ ਕਹਿੰਦੇ ਗੁਲਾਮ ਹੈ। ਤੇ ਕੀ ਉਹ ਸਰਕਾਰ ਨੂੰ ਜਿਹਨੇ 2015 ਤੋਂ ਲੈ ਕੇ ਅੱਜ ਤੱਕ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਉਹ ਮਸਲਾ ਨਾ ਦੇਸ਼ ਦੀ ਵੱਡੀ ਏਜੰਸੀ ਕਹਾਉਂਦੀ ਆਪਦੇ ਆਪ ਨੂੰ, ਲਾਹਨਤ ਪਾਉਣਾ CBI, ਉਹ ਨਹੀਂ ਕੱਢ ਸਕੀ। ਇਹ ਸਾਜ਼ਿਸ਼ ਹੈ, ਨਹੀਂ ਕੱਢਣ ਨੂੰ ਕੀ ਹੁੰਦਾ, ਇਹ ਸਾਜ਼ਿਸ਼ ਹੀ ਹੈ। ਤੇ ਹੁਣ ਇਹ ਮਸਲਾ ਆਪਾਂ ਹੋਰ ਦਰਬਾਰ ਸਾਹਿਬ ਚ ਵਾੜ ਦਿਓ। ਹਾਂ, ਇਹ ਮਸਲੇ ਸਾਡੇ ਹੱਲ ਕੀਤੇ ਹੁੰਦੇ ਤਾਂ ਆਪਾਂ ਵਿਚਾਰਦੇ ਵੀ ਸਾਡੇ ਨਾਲ ਇਨਸਾਫ ਹੋ। ਇਸ ਕਰਕੇ ਆਪਾਂ ਇਹ ਬੜਾ ਬੋਚ ਕੇ ਪੈਰ ਧਰ ਰਹੀ ਐ, ਕਿਉਂਕਿ ਕਿਸੇ ਨਿਯਮ ਚ, ਕਿਸੇ ਕਾਨੂੰਨ ਚ, ਕਿਸੇ ਐਕਟ ਚ ਵੱਜੀ ਹੋਈ ਹੈ ਸੰਸਥਾ, ਲੋਕਾਂ ਦੀ ਚੁਣੀ ਹੋਈ ਸੰਸਥਾ, ਪਬਲਿਕ ਹੀ ਸੰਸਥਾ, ਕਿਉਂਕਿ ਦੇਸ਼ ਦੇ ਆਜ਼ਾਦ ਹੋਣ ਤੋਂ ਮੈਂ ਦੱਸ ਕੇ ਹਟਿਆ, ਪਹਿਲਾਂ ਆਜ਼ਾਦ ਹੋਈ ਸੰਸਥਾ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਕਿ ਇਹ ਪੰਛੀ ਕੱਲਾ ਸ਼ਿਕਾਰੀ ਵਾਲੇ ਸਾਜ਼ਿਸ਼ਾਂ ਹੋ ਰਹੀਆਂ। ਹਕੂਮਤ ਤਾਂ ਚਾਹੁੰਦੀ ਹੈ, ਤੁਸੀਂ ਦੇਖੋ ਪਹਿਲਾਂ ਟੈਂਕ ਤੋਂ ਬਾੜੇ ਹਕੂਮਤ ਨੇ ਗੱਲ ਨਹੀਂ ਬਣੀ। ਹੁਣ ਇਹ ਭਾਵਨਕ ਮੁੱਦਾ ਜੋ ਸਾਡੇ ਧਾਰਮਿਕ ਸੈਂਟੀਮੈਂਟ ਨਾਲ ਜੁੜਿਆ ਹੋਇਆ, ਤੇ ਸਾਡੇ ਭਰਾਵਾਂ ਨੂੰ ਇਸੇ ਕਰਕੇ ਹਰਿਮੰਦਰ ਸਾਹਿਬ ਚ ਬਾੜਿਆਗਾ ਕਿ ਤੁਸੀਂ ਉੱਥੇ ਰੌਲਾ ਪਾਓ। ਤੇ ਕੀ ਕੈਪਟਨ ਅਮਰਿੰਦਰ ਤੇ ਵਿਸ਼ਵਾਸ ਕਰ ਸਕਦੇ ਆ, ਜਿਹੜਾ ਗਾਂਧੀ ਪਰਿਵਾਰ ਦੇ ਤਬਲੇ ਚੱਟਦਾਗਾ, ਤੇ ਜਿਹਨੇ ਤੁਸੀਂ ਦੇਖੋ ਸਰਕਾਰ ਲਿਆਉਣ ਵਾਸਤੇ ਗੁਟਕਾ ਸਾਹਿਬ ਦੀ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਸਹੁੰ ਖਾਧੀ। ਉਹਦੀ ਕੀ ਮੈਸੇਜ ਦਿੱਤਾ ਸੀ ਸਿੱਖ ਕੌਮ ਨੂੰ ਵੀ ਮੈਂ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਕੁਝ ਨਹੀਂ ਸਮਝਦਾ। ਤੇ ਕੀ ਉਹ ਕਾਂਗਰਸ, ਉਹਦੀ ਪੁਲਿਸ ਤੇ ਉਹਦੀ ਹਕੂਮਤ ਕਾਂਗਰਸ ਦੀ ਇਹ ਪਾਵਨ ਸਰੂਪਾਂ ਦਾ ਮਸਲਾ ਹੱਲ ਕਰ ਦੂ? ਮੈਂ ਸਮਝਦਾ ਇਹ ਸਾਜ਼ਿਸ਼ ਹੋ ਰਹੀ ਹੈ। ਇਹ ਬਹੁਤ ਹੀ ਅਸੀਂ ਵੱਡੇ ਭਿਆਨਕ ਦੌਰ ਦੇ ਵਿੱਚ ਲੰਘ ਰਹੇ ਹਾਂ, ਕਿਉਂਕਿ ਕਰੋਨਾ ਕਾਲ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿਹਦੇ ਮਹਾਮਾਰੀ ਦੀ ਆਫਤ ਆਈ ਸੀ, ਤਾਂ UNO ਤੱਕ ਸਿੱਖ ਕੌਮ ਦਾ ਡਾਂਕਾ ਵੱਜਿਆ ਸੀਗਾ। ਤੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲੀ ਹੀ ਨਹੀਂ, ਪੂਰੀਆਂ ਸਿੱਖ ਕੌਮ ਦੀਆਂ ਸੰਸਥਾਵਾਂ, ਸਾਡੇ ਭਰਾ ਨੇ, ਜਿੰਨੀਆਂ ਸਿੱਖ NGO ਨੇ, ਉਹਨਾਂ ਨੇ ਲੰਗਰ ਵਰਤਾਏ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਪੂਰੀ ਦੁਨੀਆ ਦੇ ਵਿੱਚ ਸਿੱਖ, ਮਤਲਬ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵਰਗਿਆਂ ਨੇ ਵੀ ਕਹਿਤਾ ਕਿ ਹਰ ਇੱਕ ਕੰਟਰੀ ਦੇ ਵਿੱਚ ਸਿੱਖ ਹੋਣਾ ਚਾਹੀਦਾ, ਜੇ ਸਿੱਖ ਹੋਊਗਾ ਤੇ ਗੁਰਦੁਆਰਾ ਸਾਹਿਬ ਆਉਣੂ ਤੇ ਲੰਗਰ ਚੱਲਣਗੇ। ਪਰ ਅਫਸੋਸ ਦਿੱਲੀ ਹਕੂਮਤ ਨੂੰ, ਪੰਜਾਬ ਹਕੂਮਤ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ। ਤਾਈਓ ਸਾਨੂੰ ਸਾਡੇ ਮਸਲਿਆਂ ਦੇ ਵਿੱਚ, ਅੰਦਰੂਨੀ ਮਸਲਿਆਂ ਦੇ ਵਿੱਚ ਸਾਨੂੰ ਲੜਾਇਆ ਜਾ ਰਿਹਾ ਹੈ, ਸਾਨੂੰ ਉਲਝਾਇਆ ਜਾ ਰਿਹਾ ਹੈ। ਸੋ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਸੋਚੋ, ਵਿਚਾਰੋ ਕਿ ਜਦੋਂ ਘਰ ਦੇ ਪਰਸਨਲ, ਪਰਿਵਾਰ ਦੇ ਪਰਸਨਲ ਮਸਲੇ ਹੁੰਨੇ ਆ ਤੇ ਆਪਾਂ ਕਿੰਨੇ ਕੁ ਦੱਸਦੇ ਆ ਸਾਡੇ ਪਰਿਵਾਰ ਦੇ ਵਿੱਚ ਇਹ ਹੋ ਰਿਹਾ ਨਾ। ਪਰਿਵਾਰ ਦੇ ਮਸਲੇ ਆ, ਪਰਿਵਾਰ ਦੇ ਮਸਲੇ ਆ, ਤੇ ਪਰਿਵਾਰ ਜੇ ਆ ਕੇ, ਪਰਿਵਾਰ ਦੇ ਕੁਝ ਮੈਂਬਰ ਆ ਕੇ ਹੱਲ ਕਰਦੇ ਆ, ਤੇ ਉਹਨਾਂ ਨੂੰ ਅਸੀਂ ਕਾਂਗਰਸੀ ਏਜੰਟ ਜਾਂ ਭਾਜਪਾਈ ਏਜੰਟ ਜਾਂ ਕੋਈ ਨਾ ਕੋਈ ਨਾਮ ਕਿਉਂ ਦੇ ਦਿੰਦੇ ਆ? ਜਦੋਂ ਬਰਗਾੜੀ ਮੋਰਚਾ ਲੱਗਾ ਤਾਂ ਵੀ ਇਹੀ ਕਿਹਾ ਗਿਆ ਕਿ ਉਹ ਕਾਂਗਰਸ ਨੇ ਲਗਵਾਇਆ, ਕਾਂਗਰਸੀ ਏਜੰਟ ਸੀਗੇ, ਉੱਥੇ ਵੀ ਤੁਹਾਨੂੰ ਕਾਂਗਰਸੀ ਏਜੰਟ ਦਿਸੇ। ਅੱਜ ਜਦੋਂ ਮੋਰਚਾ, ਜਦੋਂ SGPC ਦੇ ਬਾਹਰ ਜਿਹੜਾ ਲੱਗਾ ਜਾਂ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਮੋਰਚਾ ਲੱਗਾ, ਉੱਥੇ ਵੀ ਇਹ ਕਹਿ ਦਿੱਤਾ ਗਿਆ ਜੀ ਇਹ ਜਿਹੜੇ ਹੈਗੇ ਇਹ ਵੀ ਕਾਂਗਰਸੀ ਏਜੰਟ ਹੈ। ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਏਜੰਟ ਕਦੋਂ ਦਿਸਣੇ ਸ਼ੁਰੂ ਹੋਣਗੇ? ਜਿਹੜਾ ਗੁਰੂ ਦਾ ਸਿੱਖ ਹੈ, ਕਿਤੇ ਵੀ ਗੁਰੂ ਏਜੰਟ, ਜਿਹੜਾ ਗੁਰੂ ਦਾ ਸਿੱਖ ਹੈ, ਕਿਤੇ ਵੀ ਗੁਰੂ ਰਾਮਦਾਸ ਮਹਾਰਾਜ ਨੂੰ, ਹਰ ਕਿਸੇ ਨੂੰ ਕਾਂਗਰਸ ਦਾ, ਭਾਜਪਾ ਦਾ, ਅਕਾਲੀਆਂ ਦਾ, ਕਿਸੇ ਨਾ ਕਿਸੇ ਪਾਰਟੀ ਦਾ ਏਜੰਟ ਕਿਉਂ ਸਮਝਿਆ ਜਾਂਦਾ ਹੈ? ਇਹ ਪੱਗ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਪੰਥ, ਜਿਹੜੇ 5-8 ਬੰਦੇ ਬੈਠੇ ਆ, ਉਹ ਕੋਈ ਆਮ ਬੰਦੇ ਨਹੀਂ ਬੈਠੇ। ਜਿਹੜੇ ਵੀ 5-7-8 ਬੰਦੇ ਬੈਠੇ, ਉਹ ਆਪਣੇ ਆਪ ਵਿੱਚ ਰੁਤਬਾ ਰੱਖਦੇ ਆ, ਬੜੇ ਵੱਡੇ ਨਾਮ ਨੇ। ਉਹਦੇ ਵਿੱਚ ਕੀ ਸਾਰੇ ਦੇ ਸਾਰੇ ਕਾਂਗਰਸ ਨਾਲ ਰਲ ਗਏ? ਤੁਹਾਨੂੰ ਗੁਰੂ ਗੋਬਿੰਦ ਸਿੰਘ ਦੇ ਉਹਦੇ ਵਿੱਚ ਖਾਲਸੇ ਕਿਉਂ ਨਹੀਂ ਨਜ਼ਰ ਆਉਂਦੇ? ਬੜੇ ਦੱਸਣ ਦੀ, ਬੜੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਰਾਵੋ, ਗੁਰੂ ਰਾਮਦਾਸ ਮਹਾਰਾਜ ਤੇ ਵਹਿ ਕੇ ਜਿਹੜਾ ਸਿੱਖ ਹੈ ਗੁਰੂ ਦਾ, ਉਹ ਗੁਰੂ ਦੇ ਦਰ ਤੇ ਜਿੱਥੇ ਸ਼ਾਂਤੀ ਲੈਣ ਜਾਂਦੇ ਆ, ਜੋ ਸ਼ਾਂਤੀ ਦਾ ਸੋਮਾ, ਜਿੱਥੇ ਜਿਹਦਾ ਉਪਦੇਸ਼ ਚੌਂ ਵਰਨਾਂ ਨੂੰ ਸਾਂਝਾ, ਉਸ ਦਰ ਤੇ ਜਾ ਕੇ ਜਦੋਂ ਆਪਾਂ ਨਾਅਰੇ ਲਾਵਾਂਗੇ, ਉਸ ਦਰ ਤੇ ਲਾ ਕੇ ਜਦੋਂ ਭੱਦੀ ਸਦਾਵਲੀ ਵਰਤਾਂਗੇ, ਉਸ ਉੱਥੋਂ ਤਾਂ ਕਿਤੇ ਨਾ ਕਿਤੇ ਇਹੀ ਮੈਂ ਕਹਿ ਰਿਹਾ ਵੀ ਕਿਤੇ ਆਪਾਂ ਸਾਜ਼ਿਸ਼ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ। ਜਾਂ ਜੇ ਤੁਸੀਂ ਜਾਣ ਬੁੱਝ ਕੇ ਕਰ ਰਹੇ ਹੋ, ਫਿਰ ਤੁਸੀਂ ਦਿੱਲੀ ਦੀ ਸਾਜ਼ਿਸ਼ ਦਾ ਹਿੱਸਾ ਬਣ ਰਹੇ ਹੋ। ਕਿਉਂਕਿ ਜਦੋਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ, ਐਜੈਕਟਿਵ ਦੇ ਵਾਰਗੇ ਲਾਓ ਧਰਨਾ, ਪ੍ਰਧਾਨ ਦੇ ਵਾਰਗੇ ਧਰਨਾ ਲਾਓ ਜੇ ਆਪਾਂ ਨੂੰ ਸ਼ੰਕੇ ਨੇ, ਜੇ ਆਪਾਂ ਨੂੰ ਸ਼ੰਕੇ ਹੈ। ਪਰ ਫਿਰ ਵੀ ਜਦੋਂ ਅਕਾਲ ਤਖਤ ਸਾਹਿਬ ਨੇ ਫੈਸਲਾ ਕਰਤਾ, ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਹੀ ਤਲਾਇਆ ਉਹਨਾਂ। ਨਹੀਂ ਮਹਾਰਾਜ, ਜਿੱਥੇ ਗੁਰੂ ਲੰਗਰ, ਉੱਥੇ ਕੀ ਕੀਰਤਨ ਦੀ ਆਵਾਜ਼ ਆਉਂਦੀ ਨਹੀਂ? ਉੱਥੇ ਤੁਸੀਂ ਦੱਸੋ, ਤੁਸੀਂ ਆਪ ਗਏ ਉੱਥੇ, ਕੀ ਉੱਥੇ ਕੀਰਤਨ ਚੱਲਦਾ? ਦਰਬਾਰ ਸਾਹਿਬ ਦੇ 5 ਕਿਲੋਮੀਟਰ ਤੱਕ ਵੀ ਜਾਈਏ ਤਾਂ ਵੀ ਕੀਰਤਨ ਦੀ ਆਵਾਜ਼ ਆਉਂਦੀ ਹੁੰਦੀ ਹੈ। ਕੀ ਆਪਣਾ ਲੰਗਰ ਉੱਥੇ ਨਹੀਂ ਹੈ? ਜੋੜਾ, ਜੋ ਦਰਬਾਰ ਸਾਹਿਬ ਨੂੰ ਜਾਂਦੇ ਜੋੜਾ ਘਰ ਉੱਥੇ ਨਹੀਂ ਹੈਗਾ, ਤੇ ਸੰਗਤ ਵਾਸਤੇ ਸਲਾਮਾਂ ਨਹੀਂ ਹੈਗੀਆਂ, ਬਾਬਾ ਟੱਲ ਜੀਆਂ ਦਾ। ਫਿਰ SGPC ਆਪਣਾ ਦਫ਼ਤਰ ਫਿਰ ਉਸ ਕੰਪਲੈਕਸ ਤੋਂ ਹਟਾ ਕੇ ਨਹੀਂ ਲੈਂਦੀ, ਉਹ ਧਰਨਾ ਉੱਥੇ ਚਲਾ ਜਾਏਗਾ। ਜਿਹੜੇ ਪੋਲੀਟੀਕਲ ਲੋਕ ਨੇ, ਮੈਨੂੰ ਇਹ ਗੱਲ ਦੱਸੋ, ਇਸ ਟਾਈਮ ਅਸੀਂ ਦਿੱਲੀ 'ਚ ਬੈਠੇ ਆ, ਇਸ ਟਾਈਮ ਅਸੀਂ ਦਿੱਲੀ 'ਚ ਬੈਠੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਦੇ ਦਫ਼ਤਰ 'ਚ ਬੈਠੇ ਆ। ਇਹ ਦਫ਼ਤਰ ਕਿੱਥੇ ਹੈਗਾ? ਤੁਸੀਂ ਮੈਨੂੰ ਇਹ ਦੱਸ ਦਿਓ। ਨਹੀਂ, ਇਹ ਦਫ਼ਤਰ ਦਾ ਕਿਹੜੀ ਹੱਦ ਦੇ ਵਿੱਚ ਹੈਗਾ? ਇਹ ਕਿਹੜੇ ਕੰਪਲੈਕਸ ਹੈ? ਇਹ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੰਪਲੈਕਸ ਹੈ ਕਿ ਨਹੀਂ ਹੈ? ਨਹੀਂ, ਇਹ ਕੰਪਲੈਕਸ ਔਰ ਜਗ੍ਹਾ ਕਿਹੜੀ ਹੈ? ਗੁਰਦੁਆਰਾ ਰਕਾਬਗੰਜ ਸਾਹਿਬ ਦੀ ਹੈ ਨਾ?
ਦਿੱਲੀ ਕਮੇਟੀ ਦੇ ਬਾਹਰ ਜੇ ਕੋਈ ਪਾਰਟੀ ਆ ਕੇ ਧਰਨਾ ਲਾਉਂਦੀ ਹੈ, ਦਿੱਲੀ ਕਮੇਟੀ ਅਗਲੇ ਦਿਨ ਕਹਿੰਦੀ ਹੈ ਜੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰ ਧਰਨਾ ਲਾ ਦਿੱਤਾ। ਦੱਸੋ ਉਹ ਦਿੱਲੀ ਕਮੇਟੀ ਦਾ ਦਫ਼ਤਰ ਕਿੱਥੇ ਹੈਗਾ? ਸੁਣੋ, ਐਸਜੀਪੀਸੀ ਦਾ ਦਫ਼ਤਰ ਕਿੱਥੇ ਹੈ ਜੀ? ਉਹ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਤਾਂ ਹੀ ਤਾਂ ਉੱਥੇ ਧਰਨਾ ਲੱਗੇਗਾ ਨਾ। ਸ਼੍ਰੋਮਣੀ ਕਮੇਟੀ ਕਿਹਦੀ ਹੈ? ਦਫ਼ਤਰ ਕਿਹਦੇ ਹੈ? ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਹੈ, ਦਫ਼ਤਰ ਸਿੱਖ ਕੌਮ ਦੇ ਹੈ। ਕੀ ਸਿੱਖ ਕੌਮ ਦੇ ਖਿਲਾਫ ਧਰਨੇ ਲਾ ਰਹੇ ਆ? ਮੈਂ ਇਹ ਬੇਨਤੀ ਕਰ ਰਿਹਾ, ਜਿਹੜੇ ਪ੍ਰਬੰਧਕ ਨੇ, ਜਿਹੜੇ ਪ੍ਰਬੰਧਕ ਆ ਰਹੇ ਨੇ, ਸੇਖੀ ਆ ਰਹੇ ਨੇ, ਪ੍ਰਬੰਧਕ ਮੂਰੇ ਸੇਖੀ ਆ ਰਹੇ ਨੇ, ਕੌਮ ਦੇ ਵਿਦਵਾਨ ਆ ਰਹੇ ਨੇ। ਉਹ ਜਿਹੜੇ 5-7 ਬੰਦੇ ਉੱਥੇ ਹੈਗੇ ਨੇ, ਉਹ ਕੌਮ ਦੇ ਵਿਦਵਾਨ ਨੇ। ਕੌਮ ਕਿਤੇ ਨਾ ਕਿਤੇ ਕੌਮ ਉਹਨਾਂ ਦੇ ਨਾਲ ਵਿਦਵਾਨ ਇਹ ਸਿਖਾਉਂਦੇ ਹੁੰਦੇ ਆ ਵੀ ਕੌਮ ਦੀਆਂ ਸੰਸਥਾਵਾਂ ਨੂੰ ਬਦਨਾਮ ਨਾ ਕਰੋ, ਕੌਮ ਦੇ ਸਥਾਨਾਂ ਤੇ ਜਾ ਕੇ ਨਾਅਰੇਬਾਜ਼ੀ ਨਾ ਕਰੋ। ਜੇ ਧਰਨੇ ਮੁਜ਼ਾਹਰਾ ਕਰਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵਾਰਗੇ ਲਓ, ਐਗਜ਼ੈਕਟਿਵ ਦੇ ਵਾਰਗੇ ਲਓ, ਪੋਲੀਟੀਕਲ ਪਾਰਟੀ ਦੇ ਦਫ਼ਤਰ ਦੇ ਵਾਰਗੇ ਲਓ। ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹ ਸਿੱਖ ਕੌਮ ਦੀ ਸੰਸਥਾ, ਇਹ ਸਿੱਖ ਕੌਮ ਦੀ, ਜਿਹੜਾ ਆਪਾਂ ਸ਼੍ਰੋਮਣੀ ਕਮੇਟੀ ਦਫ਼ਤਰ ਮੂਰੇ ਸਮੁੰਦਰੀ ਹਾਲ ਮੂਰੇ ਧਰਨਾ ਲਾ ਰਹੇ ਆ, ਇਹ ਸਿੱਖ ਕੌਮ ਮੂਰੇ ਧਰਨਾ ਲਾ ਰਹੇ ਆ। ਇਸ ਕਰਕੇ ਜੇ ਆਪਾਂ ਧਰਨਾ ਲਾਉਣਾ ਪੋਲੀਟੀਕਲ ਆਗੂਆਂ ਦੇ ਵਾਰਗੇ ਲਾਓ, ਆਪਾਂ ਸਿੱਖ ਕੌਮ ਦੇ ਗੇਟਾਂ ਦੇ ਧਰਨੇ ਨਾ ਲਾਓ। ਜਦੋਂ ਜਗਤਾਰ ਸਿੰਘ ਵਾਲਾ ਮਸਲਾ ਹੋਇਆ ਉਦੋਂ ਕਿਸੇ ਹੋਰ ਨੇ ਆ ਕੇ ਆਵਾਜ਼ ਨਹੀਂ ਚੁੱਕੀ, ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਨੇ ਆਵਾਜ਼ ਚੁੱਕੀ ਨਾ, ਫਿਰ ਉਹ ਮਸਲਾ ਹੱਲ ਹੋ ਗਿਆ। ਨਹੀਂ ਹੱਲ ਹੋਇਆ ਨਾ, ਉਹਨਾਂ ਨੂੰ ਤੁਸੀਂ ਸਮਝਾਇਆ ਹੱਲ ਹੋਇਆ, ਪਰ ਜਦੋਂ ਹੱਲ ਨਹੀਂ ਸੀ ਹੋਇਆ 10 ਦਿਨ ਤਾਂ ਮਾਮਲਾ ਖਿੱਚਿਆ ਗਿਆ, ਪੂਰੀ ਤੂਲ ਸੀਗੀ, ਹਰ ਮੀਡੀਆ ਆ ਕੇ ਕਵਰ ਕਰ ਰਿਹਾ ਸੀਗਾ। ਜਿਹੜੀ ਸੰਗਤ ਧਮਕੀਆਂ ਚੱਲੀਆਂ, ਤੁਹਾਨੂੰ ਸਾਰੀ ਗੱਲ ਪਤਾ ਹੈ, ਅੰਦਰਲੀ ਸਾਰੀ ਗੱਲ ਪਤਾ, ਧਮਕੀਆਂ ਵੀ ਜਿਹੜੇ ਦੂਜੇ ਧਰਮ ਵਾਲੇ ਸਾਡੇ ਭਰਾ ਹੋਏ ਆ, ਜਿਹੜੇ ਸ਼ਾਂਤੀ ਦਾ ਸੋਮਾ ਦਰਬਾਰ ਸਾਹਿਬ ਉੱਥੇ ਲੜਾਈ ਵੇਖਦੇ ਆ, ਨਾਰੇ ਵੇਖਦੇ ਆ, ਕਿਰਪਾਨਾਂ ਚੱਲਦੀਆਂ ਵੇਖਦੇ ਆ, ਜੇ ਰਾਗੀ ਸਿੰਘ ਬੋਲਦੇ ਆ ਤਾਂ ਉਹ ਕੀ ਕਰਨ? ਜੇ ਰਾਗੀ ਸਿੰਘ ਪੁੱਛ ਸਕਦੇ ਆ ਤਾਂ ਕੌਮ ਦੇ ਜੇ ਵਿਦਵਾਨ ਆ ਜਿਹੜੇ ਆਗੂ ਨੇ ਉਹ ਕਿਉਂ ਨਹੀਂ ਪੁੱਛ ਸਕਦੇ? ਜਦ ਤੁਸੀਂ ਕੌਮ ਦੇ ਵਿਦਵਾਨਾਂ ਨੂੰ ਜਾਂ ਕੌਮ ਦੇ ਆਗੂਆਂ ਨੂੰ ਸਮਝਾਉਣ ਦੇ ਵਿੱਚ ਐਸਜੀਪੀਸੀ ਕਾਮਯਾਬ ਨਹੀਂ ਹੋ ਪਾ ਰਹੀ ਤੇ ਆਮ ਸਿੱਖ ਨੂੰ ਕਿੱਦਾਂ ਸਮਝਾਏਗੀ ਐਸਜੀਪੀਸੀ ਜੇ ਤੁਸੀਂ ਉਹ 7 ਬੰਦੇ ਹੀ ਨਹੀਂ ਰਾਜੀ ਕਰ ਪਾਏ? ਜੇ ਕੋਈ ਦਿੱਲੀ ਦੀ ਸ਼ਾਸਕ ਦਾ ਹਿੱਸਾ ਬਣ ਜੇ, ਸ਼ਾਸਕ ਦਾ ਸ਼ਿਕਾਰ ਹੋ ਜੇ ਜਾਂ ਹਿੱਸਾ ਬਣ ਜੇ, ਕੀ ਫਿਰ ਉਹਨੂੰ ਕੋਈ ਸਮਝਾਈਏ? ਕੀ ਕਰੀਏ? ਜਦੋਂ ਮੈਂ ਕਹਿ ਰਿਹਾ ਵਾਰ-ਵਾਰ ਪ੍ਰਧਾਨ ਦੇ ਵਾਰਗੇ ਧਰਨਾ ਲਾਓ, ਪ੍ਰਧਾਨ ਨੂੰ ਰੋਕੋ, ਇਸ ਕਰਕੇ ਉਸੇ ਗੱਲ ਕਰਨ ਦੀ ਕੋਸ਼ਿਸ਼ ਕਰੋ ਨਾ। ਉਹਨਾਂ ਦੀ ਕੋਸ਼ਿਸ਼ ਹੋ ਰਹੀ ਹੈ, ਬਰੋਜ਼ ਹੋ ਰਹੀ ਹੈ, ਹਰਿਆਣਾ ਹੁੰਦੀ ਹੈ, ਰੋਜ਼ ਹੁੰਦੀ ਹੈ, ਰੋਜ਼ ਹੁੰਦੀ ਹੈ ਜੀ। ਸਾਡੇ ਕੁਝ ਮਤੇ ਹੈਗੇ ਮੰਨ ਲਵੇ ਅਸੀਂ ਧਰਨਾ ਚੁੱਕ ਲਾਂਗੇ, ਰੋਜ਼ ਹੁੰਦੀ ਹੈ। ਮੈਂ ਤੁਹਾਨੂੰ ਕਹਿ ਕੇ ਹਟਿਆ ਸ਼੍ਰੋਮਣੀ ਕਮੇਟੀ ਇਦਾਂ ਦੇ ਫਿਰ ਬਰਗਾੜੀ ਮੋਰਚੇ ਵਾਂਗੂ ਸ਼੍ਰੋਮਣੀ ਕਮੇਟੀ ਕਿਸੇ ਨਿਯਮ 'ਚ ਹੈ, ਕਿਸੇ ਐਕਟ 'ਚ ਹੈ, ਸਿੱਖ ਕੌਮ ਦੀ ਸੰਸਥਾ, ਉਹ ਮਤਲਬ ਨਿਯਮਾਂ ਅਨੁਸਾਰ ਚੱਲਦੀ ਹੈ। ਹੁਣ ਤੁਹਾਨੂੰ ਐਕਟ ਯਾਦ ਆ ਗਿਆ, ਪਰ ਹੁਣ ਤੁਹਾਨੂੰ ਐਕਟ ਯਾਦ ਆ ਗਿਆ ਕਿ ਸ਼੍ਰੋਮਣੀ ਕਮੇਟੀ ਕਿਸੇ ਐਕਟ 'ਚ ਹੈ, ਪਰ ਜਦੋਂ ਮੁਕੱਦਮਾ ਦਰਜ ਕਰਾਣਾ ਉਦੋਂ ਤੁਹਾਨੂੰ ਐਕਟ ਭੁੱਲ ਜਾਂਦੇ ਆ। ਤੁਸੀਂ ਆਪ ਕਹਿ ਰਹੇ ਹੋ ਨਾ ਸ਼੍ਰੋਮਣੀ ਕਮੇਟੀ ਐਕਟ ਦੇ ਅੰਦਰ ਹੈਗੀ ਹੈ, ਭਾਰਤ ਦੇ ਸੰਵਿਧਾਨ ਦੇ ਅੰਦਰ ਹੈਗੀ ਹੈ, ਤੇ ਤੁਸੀਂ ਭਾਰਤ ਦੇ ਸੰਵਿਧਾਨ ਦੇ ਦਾਇਰੇ 'ਚ ਆਉਣ ਵਾਲੇ ਮੁਕੱਦਮੇ, ਪੁਲਿਸ ਪ੍ਰਸ਼ਾਸਨ ਦੇ ਮੁਕੱਦਮੇ ਦਰਜ ਕਿਉਂ ਨਹੀਂ ਕਰਾ ਰਹੇ? ਮੈਨੂੰ ਇੱਕ ਗੱਲ ਦੱਸੋ, ਸ਼੍ਰੋਮਣੀ ਕਮੇਟੀ ਇਹ ਬਿਆਨ ਦਿੰਦੀ ਹੈ ਕਿ ਜੀ ਉਹੀ ਵਾਲੀ ਗੱਲ ਹੈ ਜੀ, ਸਰੂਪ ਚੋਰੀ ਹੋਇਆ, ਚਲੋ ਕੋਈ ਗੱਲ ਨਹੀਂ, ਕਿਸੇ ਗੁਰਸਿੱਖ ਦੇ ਘਰ ਹੀ ਗਈ, ਕਿਸੇ ਗੁਰਦੁਆਰੇ ਗਈ ਹੈ, ਇਹ ਤਾਂ ਉਹੀ ਗੱਲ ਹੋ ਗਈ, ਘਰ ਦੇ ਵਿੱਚੋਂ ਜੇ ਸੋਨਾ ਚੋਰੀ ਹੋ ਜਾਵੇ ਤੇ ਮੇਰੇ ਜੇ ਉਹ ਬੰਦੇ ਇਹੀ ਸੋਚਣ ਚਲੋ ਜੀ ਸੋਨਾ ਚੋਰੀ ਹੋਇਆ, ਪਹਿਲੀ ਗੱਲ ਤਾਂ ਕੋਈ ਗੱਲ ਨਹੀਂ, ਇੱਥੇ ਗਲਤ ਹੋ। ਸ਼੍ਰੋਮਣੀ ਕਮੇਟੀ ਦਾ ਕੋਈ ਬਿਆਨ ਨਹੀਂ ਆਇਆ ਕਿ ਸਰੂਪ ਚੋਰੀ ਹੋਇਆ ਹੈ, ਕਿਸੇ ਰਿਪੋਰਟ 'ਚ ਇਹ ਨਹੀਂ ਪਾਇਆ ਗਿਆ ਕਿ ਸਰੂਪ ਚੋਰੀ ਹੋਇਆ ਹੈ। ਰਿਕਾਰਡ ਦੇ ਵਿੱਚ ਗਾਇਬ ਤਾਂ ਹੋਇਆ ਨਹੀਂ, ਕਰਪਸ਼ਨ ਹੋਇਆ, ਰਿਕਾਰਡ ਗਾਇਬ ਹੋਇਆ, ਕਮੇਟੀ ਇਹ ਕਹਿੰਦੇ ਕਿ ਚਲੋ ਗਏ ਤਾਂ ਕਿਸੇ ਨਾ ਕਿਸੇ ਗੁਰੂ ਘਰ ਦੇ ਵਿੱਚ ਹੈ। ਕਮੇਟੀ ਇਹ ਕਹਿ ਰਹੀ ਹੈ ਨਾ, ਕਮੇਟੀ ਇਹੀ ਕਹਿ ਰਹੀ ਨਾ ਕਿ ਜਿਹੜੇ 328 ਸਰੂਪ ਹੈਗੇ ਆ ਉਹ ਕਿਸੇ ਨਾ ਕਿਸੇ ਗੁਰੂ ਘਰ 'ਚ ਗਏ, ਕਿਸੇ ਨਾ ਕਿਸੇ ਗੁਰੂ ਘਰ 'ਚ ਗਏ, ਕਿਸੇ ਨਾ ਕਿਸੇ ਗੁਰੂ ਸਿੱਖ ਦੇ ਘਰ 'ਚ ਗਏ ਹੋਣਗੇ। ਇਹ ਤਾਂ ਉਹੀ ਗੱਲ ਹੋ ਗਈ ਨਾ ਕਿ ਘਰ ਦੇ ਵਿੱਚੋਂ ਜੇ ਸੋਨਾ ਚੋਰੀ ਹੋ ਜਾਵੇ ਤਾਂ ਬੰਦਾ ਇਹੀ ਸੋਚਦਾ ਸੋਨਾ ਦੁਨਿਆਵੀ ਹੈ, ਉਹ ਦੁਨਿਆਵੀ ਚੀਜ਼ ਹੈ, ਸੋਨਾ ਦੁਨਿਆਵੀ ਹੈ, ਸੋਨਾ ਦੁਨਿਆਵੀ ਹੈ। ਨਹੀਂ ਮੈਂ ਗੱਲ ਕਰ ਰਿਹਾ ਸੋਨਾ ਦੁਨਿਆਵੀ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਧਾਰਮਿਕ ਨਾਲ ਜੁੜਿਆ, ਸੋਚ ਲਿਆ ਕਿ ਵੀ ਚਲੋ ਜੀ ਉਹ ਤਾਂ ਕਿਸੇ ਗਰੀਬ ਦੇ ਕੰਮ ਹੀ ਆ ਰਿਹਾ ਹੋਏਗਾ, ਫਿਰ ਅਸੀਂ ਮੈਂ ਦੱਸ ਕੇ ਹਟਿਆ ਕਿ ਦਿੱਲੀ ਸਰਕਾਰ ਨੇ, ਸਟੇਟ ਸਰਕਾਰ ਨੇ ਬਰਗਾੜੀਆ ਬੇਅਦਬੀ ਕਾਂਡ ਕਰਤਾ। ਮੈਂ ਕਹਿੰਦਾ ਬਰਗਾੜੀਆ ਦੁਨਿਆਵੀ ਸੋਨੇ ਦੇ ਉੱਪਰ ਰਿਪੋਰਟ ਕਰਾ ਸਕਦਾ ਤੇ ਜਗਤ ਗੁਰੂ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਰਿਪੋਰਟ ਕਿਉਂ ਨਹੀਂ ਕੀਤੀ ਜਾ ਸਕਦੀ? ਨਹੀਂ, ਸਰਕਾਰ ਜਦ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਜ਼ਮੀਨਾਂ ਹੋ ਸਕਦੀਆਂ ਸਰਕਾਰਾਂ, ਅੱਜ ਉਹ ਗੁਰੂ ਜਦੋਂ ਕਿੱਥੇ ਹੈਗਾ, ਸਰਕਾਰ ਜਿਹੜੇ ਆ ਵਿਦਵਾਨ ਲੈਟਰ ਲਿਖ ਰਹੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੇ ਮਸਲਿਆਂ ਦੇ ਵਿੱਚ ਸਰਕਾਰਾਂ ਤੋਂ ਦਖਲਅੰਦਾਜ਼ੀ ਨਾ ਹੋਣ ਦਿਓ, ਇਹ ਵਿਦਵਾਨ ਲਿਖ ਰਹੇ ਨੇ, ਪੜ੍ਹੇ ਲਿਖੇ ਲੈਟਰ ਅਕਾਲ ਤਖਤ ਸਾਹਿਬ ਤੇ ਭੇਜ ਰਹੇ ਹੈ, ਸ਼੍ਰੋਮਣੀ ਕਮੇਟੀ ਨੂੰ ਭੇਜ ਰਹੇ ਆ ਕਿ ਇਹਨਾਂ ਨੂੰ ਦਰਕਿਨਾਰ ਕਰ ਦਈਏ, ਕਿ ਇਹਨਾਂ ਦਰਕਨਾ ਕਰ ਦਈਏ। ਮੈਂ ਇਸ ਕਰਕੇ ਪਬਲਿਕ ਦੀ ਸੰਸਥਾ, ਸਿੱਖ ਕੌਮ ਦੀ ਸੰਸਥਾ, ਡਰ ਨਹੀਂ ਲੱਗਦਾ ਕਿ ਉਹ ਸਰੂਪ ਕਿਤੇ ਨਾ ਕਿਤੇ ਦੇਖੋ ਤੁਹਾਡੇ ਵੀ ਤੁਸੀਂ ਬੁਰਜ ਜਵਾਰ ਸਿੰਘ ਵੇਖਿਆ ਵੀ ਧਰਨਾ ਲੱਗਾ ਸੀਗਾ ਤੇ ਸਰੂਪ ਚੋਰੇ ਹੋਏ ਸੀ, ਤੁਸੀਂ ਆਪ ਜਾ ਕੇ ਧਰਨਾ ਲਗਾਇਆ ਸੀਗਾ, ਅਕਾਲ ਚੈਨਲ ਤੁਹਾਨੂੰ ਕਵਰ ਵੀ ਕੀਤਾ ਸੀਗਾ, ਸਲਾਘਾ ਵੀ ਕੀਤੀ ਸੀ ਕਿ ਤੁਸੀਂ ਧਰਨਾ ਲਾਇਆ। ਸਰੂਪ ਦਾ ਮਾਮਲਾ ਜਿਹੜਾ ਹੈਗਾ ਉਹ ਸੀਗਾ, ਉਹਦੇ ਵਿੱਚ ਇਹ ਵੀ ਦੱਸਿਆ ਸੀਗਾ ਕਿ ਜਿਹੜੀ ਦੁਸ਼ਮਣ ਸੰਸਥਾ ਹੈਗੀ ਹੈ ਸ਼ਾਇਦ ਉਹਨਾਂ ਨੇ ਚੋਰੀ ਕੀਤੇ ਹੈਗੇ, ਮੇਰੇ ਨਾਮ ਤੁਸੀਂ ਸਮਝ ਗਏ ਹੋ ਕਿ ਡੇਰਾ ਸਿਰਸਾ ਸਾਹਿਬ ਤੇ ਇਲਜ਼ਾਮ ਲੱਗਾ ਸੀਗਾ। ਅੱਜ ਉਹ ਮਾਮਲਾ ਠੰਡਾ ਕਿਉਂ ਪਿਆ ਹੋਇਆ ਕਿ ਉਸ ਮਾਮਲੇ ਦੀ ਕੋਈ ਘੋਖ ਕੀਤੀ ਗਈ ਹੈ, ਮਾਮਲਾ ਉੱਠਿਆ ਬਾਅਦ ਚੋਂ
ਕੋਈ ਹੋਰ ਮੁੱਦਾ ਆ ਗਿਆ ਉਹ ਗੱਲ ਤੁਸੀਂ ਉਹਦੀ ਕੋਈ ਰਿਪੋਰਟ ਦੱਸੋ ਫਿਰ ਮੈਂ- ਕੀ ਹੋ ਗਈ ਰਿਪੋਰਟ ਉਸ ਤੋਂ ਬਾਅਦ ਦੱਸੋ। ਚਲੋ 328 ਸਰੂਪ ਤੁਹਾਨੂੰ ਕਿਤੇ ਅੰਦੇਸ਼ਾ ਨਹੀਂ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ ਉਹ ਡੇਰਾ ਸਿਰਸਾ ਸਾਹਿਬ ਜਾਂ ਕਿਸੇ ਹੋਰ ਥਾਂ ਤੇ ਉਹ ਗਏ ਹੋਣਗੇ ਜਾਂ ਵਾਕਿਆ ਲੱਗਦਾ ਕਿ ਕਿਸੇ ਵੱਡੇ ਗਏ ਉਹਨਾਂ ਦੀ ਗੱਲ ਤੱਕ ਗੱਲ ਆ ਰਹੀ ਹੈ ਜੇ ਦਾ ਤੁਹਾਨੂੰ ਨਹੀਂ ਮੈਂ ਲੱਗਦਾ ਤੁਹਾਨੂੰ ਜੋ ਇੱਕ ਗੱਲ ਹੀ ਕਹੀ ਜਦੋਂ ਜੇ ਸਾਜ਼ਿਸ਼ਾਂ ਹੋ ਰਹੀਆਂ ਸਿੱਖ ਕੌਮ ਗੁਲਾਮ ਹੈ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਸਿੱਖ ਕੌਮ ਪ੍ਰਤੀ ਖਿਲਾਫ ਸਾਜ਼ਿਸ਼ਾਂ ਹੋ ਰਹੀਆਂ ਪਰ ਫਿਰ ਵੀ ਸਿੱਖ ਕੌਮ ਆਪਦੇ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਹਨਾ ਆਪਣਾ ਸਿੱਖ ਕੌਮ ਵੱਖਰੀ ਹੋਂਦ ਦਿਖਾ ਰਹੀ ਹੈ ਆਪਣਾ ਨਾਮ ਬਣਾ ਰਹੀ ਨਹੀਂ ਹੈ ਆਪਣੀ ਦੁਨੀਆ ਦੇ ਵਿੱਚ ਲੋਹਾ ਮਨਾ ਰਹੀ ਹੈ ਪਰ ਇਹ ਸਾਜ਼ਿਸ਼ਾਂ ਹੋ ਰਹੀਆਂ ਪਰ ਫਿਰ ਵੀ ਸਿਰਫ ਕੌਮ ਨਿਰਪੱਖ ਹੋਣ ਦੀ ਕੋਸ਼ਿਸ਼ ਦਿਖਾ ਰਹੀ ਹੈ ਪਰ ਫਿਰ ਵੀ ਜੇ ਆਪਾਂ ਕਿਸੇ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਵਾਰ-ਵਾਰ ਉਹੀ ਗੱਲ ਦੁਹਰਾਈ ਚੱਲੀਏ ਆਪਾਂ ਉੱਥੇ ਫਿਰ ਮੈਂ ਤੁਹਾਨੂੰ ਦੱਸਤਾ ਵਾਰ-ਵਾਰ ਵੀ ਸਾਨੂੰ ਦਿੱਲੀ ਸਾਨੂੰ ਸਰਕਾਰਾਂ ਨਹੀਂ ਇਨਸਾਫ ਦਿੰਦੀਆਂ ਆਪਾਂ ਬੇਨਤੀ ਹੈ ਕਿ ਹੁਣ ਮਾਮਲਾ ਕਿੱਦਾਂ ਹੱਲ ਹੋਏਗਾ ਮੋਰਚਾ ਕਿੱਦਾਂ ਸ਼ਾਂਤ ਕਰੋਗੇ ਕਿ ਕੋਈ ਇਸ ਦੇ ਉੱਪਰ ਕੋਈ ਪਲੈਨਿੰਗ ਕੀਤੀ ਹੈ ਕਿ ਉਹਨਾਂ ਨਾਲ ਜਾ ਕੇ ਗੱਲ ਕਿਉਂ ਕੀਤੀ ਜਾ ਰਹੀ ਹੈ ਕਿਉਂਕਿ ਮੋਰਚਾ ਅਜੇ 17-18 ਦਿਨ ਤੋਂ ਉੱਪਰ ਹੋ ਗਿਆ ਲੱਗਿਆ ਹੋਇਆ ਕਿਸ ਤਰੀਕੇ ਮੁੱਦੇ ਨੂੰ ਹੱਲ ਕਰੋਗੇ ਜਾਂ ਅੱਗੇ ਆਪਾਂ ਕਿਉਂਕਿ ਆਪਾਂ ਕਨਕਲੂਜਨ ਸਵਾਲ ਜਵਾਬ ਕਾਫੀ ਹੋ ਗਏ ਆ ਅਗਲੀ ਕੀ ਸਟ੍ਰੈਟਜੀ ਹੈ ਕੀ ਸ਼੍ਰੋਮਣੀ ਕਮੇਟੀ ਇਸ ਦੇ ਉੱਪਰ ਕੋਈ ਕੰਮ ਕਰ ਰਹੀ ਹੈ ਮੁੱਦਾ ਜਿੱਦਾਂ ਵੀ ਹੈ ਖਿਲਰ ਗਿਆ ਬੀਬੀ ਕਿਰਨਜੀਤ ਕੌਰ ਆਪ ਵੀ ਕਹਿ ਰਹੇ ਹੈਗੇ ਆ ਕਿ ਬਈ ਮੁੱਦਾ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਚੰਗੇ ਤਰੀਕੇ ਨਾਲ ਇਹਨੂੰ ਮੈਨੇਜ ਨਹੀਂ ਕਰ ਪਾਈ ਇਸੇ ਕਰਕੇ ਸਮੁੱਚੀ ਐਗਜ਼ੈਕਟਿਵ ਗੱਲ 'ਚ ਪੱਲਾ ਪਾ ਕੇ ਪ੍ਰਧਾਨ ਸ਼੍ਰੋਮਣੀ ਕਮੇਟੀ ਸਮੇਤ ਤੇ ਪੇਸ਼ ਹੋਇਆ ਹਾਂ ਨਹੀਂ ਹੈਂਡਲ ਹੋਇਆ ਮੈਂ ਆਪ ਮੰਨ ਲਿਆ ਨਹੀਂ ਹੈਂਡਲ ਹੋਇਆ ਤਾਂ ਹੀ ਤਾਂ ਅੱਗੇ ਕੀ ਹੈ ਤਾਂ ਅਕਾਲ ਤਖਤ ਮਸਲਾ ਇਹ ਅੱਗੇ ਕੀ ਅੱਗੇ ਜੋ ਕਾਲ ਤੱਕ ਸਭ ਚਲੋ ਉਹ ਪਛਤਾਪ ਵਾਸਤੇ ਅਖੰਡ ਪਾਠ ਸਾਹਿਬ ਦੀ ਸੇਵਾ ਲਾਈ ਹੈ ਮੁਬਾਰਕ ਹੈ ਕੋਈ ਗੱਲ ਨਹੀਂ ਉਹ ਪਛਤਾਪ ਠੀਕ ਹੈ ਕਰਨੇ ਚਾਹੀਦੇ ਆ ਪਰ ਅੱਗੇ ਕੀ ਅੱਗੇ ਮੈਂ ਸੁਣੋ ਅੱਗੇ ਅਖੀਰ ਦੇ ਵਿੱਚ ਕਨਕਲੂਜਨ ਕੀ ਹੈ ਮੁੱਦਾ ਕਿੱਦਾਂ ਹੱਲ ਹੋਏਗਾ ਅੱਗੇ ਇਹੀ ਹੈ ਕਿ ਜੋ ਅਕਾਲ ਤਖਤ ਸਾਹਿਬ ਦੀ ਪੜਤਾਲੀਆ ਟੀਮ ਵੱਲੋਂ ਰਿਪੋਰਟ ਤਿਆਰ ਕੀਤੀ ਸੀ ਉਹ ਤੇ ਸਾਰੇ ਮਸਲਿਆਂ ਤੇ ਕਾਰਵਾਈ ਹੋਊਗੀ ਜੇ ਸਿੰਘ ਸਾਹਿਬ ਜੀਆਂ ਨੇ ਵੀ ਸਜ਼ਾਵਾਂ ਸੁਣਾਤੀਆਂ ਰਹਿ ਗਈ ਕੱਲੀ ਆ ਜਿਹੜੀ ਪਰਚੇ ਦੀ FIR ਦੀ ਠੀਕ ਹੈ ਜੀ ਉਹ ਤੇ ਹਜੇ ਵੀ ਕੋਈ ਇਹ ਨਹੀਂ ਮੁੱਦਾ ਖਤਮ ਨਹੀਂ ਹੋਇਆ ਇਹ ਪੜਤਾਲੇ ਮਾਰਾਂ ਦੀ ਰਹਿ ਲਈ ਜਾ ਰਹੀ ਹੈ ਵਕੀਲਾਂ ਦੀ ਸਿੱਖ ਕੌਮ ਦੀ ਰਹਿ ਰਹੀ ਹੈ ਜਿਨ੍ਹਾਂ ਨੇ ਆਜ਼ਾਦੀ ਦੇ ਘੋਲ ਦੇ ਵਿੱਚ ਯੋਗਦਾਨ ਜਿਹੜੇ ਪਰਿਵਾਰਾਂ ਨੇ ਪਾਇਆ ਠੀਕ ਹੈ ਉਹ ਬਜ਼ੁਰਗ ਸਾਡੇ ਨਹੀਂ ਰਹੇ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਤਾਂ ਹੈ ਜਾਂ ਉਹ ਸੋਚ ਦੇ ਚੱਲਣ ਵਾਲੇ ਲੋਕ ਤਾਂ ਹੈ ਵਿਦਵਾਨ ਤਾਂ ਹੈ ਉਹਨਾਂ ਦੀ ਰਹਿ ਲੈਤੀ ਜਾ ਰਹੀ ਹੈ ਵੀ ਕੀ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਪੂਰੇ ਇਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੀਆਂ ਸਟੇਟਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟੀਮਾਂ ਭੇਜੀਆਂ ਜਾ ਰਹੀਆਂ ਕਿ ਪੂਰੇ ਦੇਸ਼ ਦੇ ਵਿੱਚ ਗੁਰੂ ਸਾਹਿਬ ਦੇ ਪਾਵਨ ਸਰੂਪ ਕਿੰਨੇ ਆ ਉਸ ਤੋਂ ਬਾਅਦ ਜਿੰਨੇ ਆਪਣੇ ਅੰਗੀਠਾ ਸਾਹਿਬ ਆ ਜਿੱਥੇ ਗੁਰੂ ਸਾਹਿਬ ਦੇ ਸੰਗਤਾਂ ਮਤਲਬ ਬਿਰਧ ਸਰੂਪ ਲੈ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਉਹ ਅੰਗੀਠਾ ਸਾਹਿਬ ਬਣੇ ਆ ਸੰਸਕਾਰ ਕੀਤੇ ਜਾਂਦੇ ਆ ਗੁਰੂ ਸਾਹਿਬ ਦੇ ਉਹ ਸਮੁੱਚੇ ਅੰਗੀਠਾ ਸਾਹਿਬ ਜਿੰਨੇ ਪੰਜਾਬ 'ਚ ਨੇ ਜਿੰਨੇ ਯੂਪੀ 'ਚ ਜਿੰਨੇ ਹੈਦਰਾਬਾਦ ਜਿੱਥੇ ਵੀ ਆ ਉੱਥੇ ਟੀਮਾਂ ਭੇਜ ਕੇ ਪੜਤਾਲ ਕੀਤੀ ਜਾ ਰਹੀ ਹੈ ਵੀ ਪਿਛਲੇ ਸਾਲਾਂ ਦਾ ਰਿਕਾਰਡ ਇਸ ਕਰਕੇ ਮੈਂ ਅੱਛੀ ਗੱਲ ਬਹੁਤ ਅੱਛੀ ਗੱਲ ਮੈਂ ਬੇਨਤੀ ਬਹੁਤ ਅੱਛੀ ਗੱਲ ਹੈ ਮੈਂ ਤਾਂ ਕਹਿੰਦਾ ਕਿ ਜਿਸ ਤਰ੍ਹਾਂ ਦਿਲ ਦੇਖੋ ਆਪਾਂ ਗੱਲ ਕਰੀਏ ਬਹੁਤ ਸੋਹਣੀ ਸਲਾਹ ਤੁਸੀਂ ਗੱਲ ਕਰ ਰਹੇ ਹੋ ਆਪਾਂ ਬਹੁਤ ਵਧੀਆ ਤਰੀਕਾ ਦਿੱਲੀ ਦੇ ਵਿੱਚ ਅਸੀਂ ਜਾਂਦੇ ਆ ਦਿੱਲੀ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈਗਾ ਇੱਕ ਮੈਸੇਜ ਦਿੱਤਾ ਜਾਂਦਾ ਕਿ ਜੇ ਪੁਰਾਤਨ ਗੁਟਕੇ ਹੋਣ ਜਾਂ ਕੁਝ ਹੋਣ ਜਾਂ ਸਰੂਪ ਹੋਣ ਜਾਂ ਕੋਈ ਗੁਰੂ ਘਰ ਦੇ ਕੋਈ ਕੈਲੰਡਰ ਹੁੰਦੇ ਬੜੀ ਚੀਜ਼ਾਂ ਗੁਰੂ ਘਰ ਦਿੱਤੇ ਜਾਂਦੀਆਂ ਗੁਰਦੁਆਰਾ ਮਜਨੂ ਟੀਲਾ ਸਾਹਿਬ ਵਿਖੇ ਉਹਨਾਂ ਨੂੰ ਪਹੁੰਚਾ ਦਿੱਤਾ ਜਾਵੇ ਹਰ ਮਹੀਨੇ ਦੇ ਵਿੱਚ ਇੱਕ ਇਤਵਾਰ ਨੂੰ ਉੱਥੇ ਸੰਸਕਾਰ ਦੇ ਜਿਹੜਾ ਹੈਗਾ ਉਹ ਕਾਰਜਕ੍ਰਮ ਵੀ ਉੱਥੇ ਕੀਤੇ ਜਾਂਦੇ ਹੈਗੇ ਆ ਜਿਹੜੇ ਬਿਰਧ ਸਰੂਪਾਂ ਦਾ ਬਿਰਧ ਜਿਹੜੇ ਜੋ ਵੀ ਵਸਤਰ ਹੁੰਦੇ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਅੰਦਰ ਕਰਦੀ ਹੈ ਇਹੋ ਜਿਹੇ ਅੰਗੀਠੇ ਆਲ ਓਵਰ ਇੰਡੀਆ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਉਹਨਾਂ ਨੂੰ ਇੱਕ ਵਾਰੀ ਫੇਅਰ ਤਰੀਕੇ ਟਰੈਕ ਦੇ ਵਿੱਚ ਲਿਆਉਣਾ ਚਾਹੀਦਾ ਟਰੈਕ ਲਿਆਉਣ ਵਾਸਤੇ ਟੀਮਾਂ ਭੇਜੀਆਂ ਜਾ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੇ ਸਰਮਾਏ ਦੇ ਵਿੱਚੋਂ ਕੌਮ ਇੱਕ ਮੋਨੀਟਰਿੰਗ ਹੋਣੀ ਚਾਹੀਦੀ ਹੈ ਮੰਨਦੇ ਹੋਣੀ ਚਾਹੀਦੀ ਹੈ ਸਹੀ ਹੈ ਤੁਹਾਡੀ ਕਿਉਂਕਿ ਕਈ ਤੁਹਾਡੀ ਰਾਇ ਆ ਕਿਉਂਕਿ ਇਸੇ ਵਾਸਤੇ ਹੀ ਟੀਮਾਂ ਬਣਾ ਕੇ ਪੂਰੇ ਦੇਸ਼ ਦੇ ਵਿੱਚ ਜੋ ਅੰਗੀਠੇ ਸਾਹਿਬ ਨੇ ਉਧਰ ਟੀਮਾਂ ਭੇਜੀਆਂ ਜਾ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਫਰਜ਼ ਵੀ ਬਣਦਾਗਾ ਚਲੋ ਲੇਟ ਆਏ ਦੇਰ ਆਏ ਦਰੁਸਤ ਆਏ ਹੋਇਆ ਹਾਂ ਲੇਟ ਹੋ ਗਏ ਪਰ ਇਹ ਪਹਿਲਾਂ ਤੋਂ ਹੋਣਾ ਚਾਹੀਦਾ ਸੀ ਚਲੋ ਹੋ ਰਿਹਾ ਉਸ ਤੋਂ ਬਾਅਦ ਸਾਰੀ ਸਿੱਖ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਲੋਕ ਤਾਂ ਕੱਲੀ ਰਾਜਨੀਤੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਤਾਂ ਨਹੀਂ ਆਪਾਂ ਮੈਸੇਜ ਦੇ ਸਕਦੇ ਪਰ ਦੂਜੇ ਭਰਾਵਾਂ ਨੂੰ ਜਿਹੜੇ ਧਾਰਮਿਕ ਤੌਰ ਤੇ ਜੁੜੀਆਂ ਸੰਗਤਾਂ ਕਿ ਇਹ ਬੇਨਤੀ ਹੈ ਕਿ ਸਿੱਖ ਕੌਮ ਦੀਆਂ ਮਤਲਬ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਭਾਵਨਾਵਾਂ ਆਪਾਂ ਸਮਝਦੇ ਹਾਂ ਪਿਛਲੇ ਸਮੇਂ ਤੋਂ ਸੋ ਕਾਰਵਾਈਆਂ ਕਰ ਰਹੇ ਹੈ ਹੁਣ ਤੁਸੀਂ ਪਿਛਲੇ ਦਿਨ ਤੁਸੀਂ ਕਹਿ ਦਿੰਦੇ ਹੋ ਕਿ ਤੁਸੀਂ ਜੀ ਇਹ ਕਹਿ ਦਿੰਦੇ ਹੋ ਦਿੱਲੀ ਨਾਲ ਚੱਲਦੇ ਆ ਸਟੇਟ ਨਾਲ ਚੱਲਦੇ ਉਹਦੇ ਕਹਿਣ ਤੇ ਚੱਲਦੇ ਕੋਈ ਕਾਂਗਰਸ ਜਾਂ BJP ਕਿਸੇ ਦੇ ਕਹਿਣ ਤੇ ਪਰ ਤੁਸੀਂ ਇਹ ਵੇਖੋ ਪਿਛਲੇ ਦਿਨੀ ਵੱਜ 'ਚ ਇਜਲਾਸ ਹੋਇਆ
ਬਜਟ ਇਜਲਾਸ ਦੇ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀਆਂ ਨੇ ਬੜੀ ਨਿਰਪੱਖਤਾ ਦਿਖਾਉਂਦੇ ਹੋਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸਾਰੀ ਕੌਮ ਨੂੰ ਇੱਕ ਸਮਝਦੇ ਹੋਏ ਕਿਹਾ ਵੀ ਜਿਹੜੇ ਵੀ ਟਾਈਮ ਭਰਾ ਸਾਡੇ ਟਾਈਮ ਮੰਨਦੇ ਆ, ਚਾਹੇ ਜਿਹੜੀ ਪਾਰਟੀ ਕੋਲੇ ਸ਼੍ਰੋਮਣੀ ਅਕਾਲੀ ਦਲ ਕੋਲੇ ਸੇਵਾ ਗਈ ਇਸ ਪ੍ਰਬੰਧਾਂ ਦੀ ਸ਼੍ਰੋਮਣੀ ਕਮੇਟੀ ਦੀ, ਉਹ ਤੋਂ ਬਿਨਾਂ ਵੀ ਜਿੰਨੇ ਹੈਗੇ ਨੇ ਉਹ ਸਾਰੇ ਵੀਰਾਂ ਨੂੰ ਬੁਲਾਓ, ਉਹ ਆਪਣੀਆਂ ਭਾਵਨਾਵਾਂ ਇੱਥੇ ਰੱਖਣ। ਪਰ ਇਹ ਕੀ ਹੋਇਆ, ਉਹ ਸਾਰੇ ਵੀਰਾਂ ਨੂੰ ਬੁਲਾ ਰਹੇ ਆ, ਪਰ ਜਦੋਂ ਆਮ ਸੋਗ ਮਤੇ ਹੁੰਦੇ ਆ, ਕਿਸੇ ਆਮ ਇਨਸਾਨ ਦੇ ਚਲੇ ਜਾਣ ਤੇ ਸੋਗ ਮਤਾ ਹੋਇਆ ਜਾਂ ਹੋਰ, ਉਹ ਤਾਂ ਆਪਾਂ ਚੁੱਪ ਕਰਕੇ ਸੁਣ ਰਹੇ ਆ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਜੋ 328 ਸਰੂਪਾਂ ਵਾਲੇ ਮਸਲੇ ਦੇ ਤੇ ਆਹ ਰਿਪੋਰਟ ਤੇ ਜਾਂ ਇਹ ਸ਼੍ਰੋਮਣੀ ਕਮੇਟੀ ਦੀ ਗਲਤੀ ਤੇ ਪਛਤਾਤਾਪ ਹੁੰਦਾ, ਅਫਸੋਸ ਹੁੰਦਾ, ਮਾਫੀ ਮੰਗਣ ਦੀ ਗੱਲ ਆਉਂਦੀ ਹੈ, ਤੇ ਉਦੋਂ ਸਾਡੇ ਭਰਾ ਖੜੇ ਹੋ ਕੇ ਨਾਅਰੇ ਲਾਉਣੇ ਸ਼ੁਰੂ ਕਰ ਦਿੰਦੇ ਆ। ਪਰ ਪੜ੍ਹ ਮਤਾ ਸੁਣ ਵੀ ਰਹੇ, ਆਪਾਂ ਮਤਾ ਸੁਣਦਾ, ਆਪਾਂ ਲੋਕਾਂ ਨੇ ਚੁਣ ਕੇ ਭੇਜਿਆ, ਉੱਥੇ ਫਿਰ ਨੀਅਤ ਤੇ ਸ਼ੱਕ ਹੋ ਜਾਂਦਾ ਵੀ ਸਾਡੇ ਭਰਾਵਾਂ ਦਾ ਮਕਸਦ ਕੋਈ ਗੁਰੂ ਸਾਹਿਬ ਦੇ ਸਤਿਕਾਰ 'ਚ ਨਹੀਂ ਤੇ ਇਕੱਲਾ ਨਾਅਰੇ ਲਾਉਣਾ। ਤੇ ਉਦੋਂ ਗਾਹਾਂ ਲਾਸਟ ਵਾਲੀ ਗੱਲ ਤੁਸੀਂ ਵੇਖਿਓ, ਤੁਸੀਂ ਆਪ ਲਾਈਵ ਕਵਰ ਕੀਤਾ ਉੱਤੇ ਕਿ ਨਾ ਆਪਾਂ ਆਨੰਦ ਸਾਹਿਬ ਸੁਣਿਆ ਸਾਡੇ ਉਹ ਭਰਾਵਾਂ ਨੇ, ਤੇ ਨਾ ਅਰਦਾਸ ਬੇਨਤੀ 'ਚ ਖੜੇ, ਨਾ ਹੁਕਮਨਾਮਾ ਸੁਣਿਆ, ਤੇ ਨਾ ਕੜਾਹ ਪ੍ਰਸਾਦ ਦੇਖ ਲੈਤੇ, ਪਹਿਲੀ ਉੱਠ ਕੇ ਆ ਗਏ ਆਪਾਂ। ਇਸ ਕਰਕੇ ਬੇਨਤੀ ਹੈ ਕਿ ਜਿਹੜਾ ਆਹ ਸਮਾਂ ਸਿੱਖ ਕੌਮ ਵਾਸਤੇ ਬਹੁਤ ਹੀ ਚੁਣੌਤੀਆਂ ਭਰਿਆ, ਕਿਉਂਕਿ ਇੱਕ ਹਿਟਲਰ ਬੈਠਾ, ਇਹ ਜਿਹੜਾ ਨਰਿੰਦਰ ਮੋਦੀ ਹੈ, ਇਹ ਆਪਾਂ 2014 ਤੋਂ ਹੀ ਇਹਨੇ ਸਿੱਖ ਕੌਮ ਨੂੰ ਕੁਚਲਣਾ ਸੀ, ਤੇ ਇਹ ਬਹੁਤ ਚਿਰ ਇਹਨੇ ਇਹਨੂੰ ਇਹ ਉਸ਼ਾਸਾਂ ਹੋ ਰਹੀਆਂ ਸੀ। ਇਸ ਕਰਕੇ ਇਹਨਾਂ ਪਹਿਲਾਂ ਵੇਖੀਏ ਘੱਟ ਗਿਣਤਾਂ ਨੂੰ ਕਸ਼ਮੀਰ ਦੇ ਵਿੱਚ ਤੁਸੀਂ ਵੇਖਿਆ ਗਿਆ, ਅਤੇ ਬਾਬਰੀ ਮਸਜਿਦ ਵਾਲਾ ਮੁੱਦਾ ਵੇਖਿਆ ਗਿਆ, ਤੇ ਉਸ ਤੋਂ ਬਾਅਦ ਹੁਣ ਸਿੱਖ ਕੌਮ ਵੱਲ ਹੋਇਆ। ਤੇ ਹੁਣ ਸਮਾਂ ਆਪਾਂ ਇਕੱਠੇ ਹੋ ਕੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ, ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਇਕੱਠੇ ਹੋ ਕੇ ਸਾਰੇ ਭਰਾ ਆਪਾਂ ਦਿੱਲੀ ਨਾਲ ਲੜਾਈ ਲੜੀਏ, ਤੇ ਆਪ ਜੋ ਬਖਰੇਵਿਆਂ, ਜੋ ਆਪ 'ਚ ਲੜਾਈਆਂ, ਇਹ ਆਪਾਂ ਜਦੋਂ ਮਰਜ਼ੀ ਨਿੱਠ ਸਕਦੇ ਹਾਂ। ਕਿਉਂਕਿ ਆਹ ਰੌਲੇ ਰੱਪੇ ਦੇ ਵਿੱਚ ਤੁਸੀਂ ਵੇਖੀ ਹੈ ਕਿ ਕਿਸ ਤਰ੍ਹਾਂ, ਜੇ ਮੈਂ ਪਹਿਲਾਂ ਗੱਲ ਕਰਕੇ ਹਟਿਆ, ਕਸ਼ਮੀਰ ਦੇ ਵਿੱਚ 13 ਲੱਖ ਸਿੱਖ ਕੌਮ ਨੂੰ ਪੰਜਾਬੀ ਭਾਸ਼ਾ ਤੋਂ ਵੱਖਰੇ ਕਰਤਾ। ਸੋ ਆਪਾਂ ਇਕੱਠੇ ਹੋਈਏ ਤੇ ਆਪਣੇ ਗਿਲੇ, ਤੇ ਆਹ ਦੁਬਾਰੇ ਫੇਰ ਮੈਂ ਉਹ ਭਰਾਵਾਂ ਨੂੰ, ਚਾਹੇ ਤੁਸੀਂ ਵਿਦਵਾਨ ਕਹਿੰਦੇ ਹੋ, ਵਧੀਆ ਗੱਲ ਹੈ ਜੇ ਵਿਦਵਾਨ ਨੇ ਉਹ, ਪਰ ਵੀ ਗੁਰੂ ਰਾਮਦਾਸ ਮਹਾਰਾਜ ਤੇ ਜਾਂ ਸ਼੍ਰੋਮਣੀ ਕਮੇਟੀ, ਇਹ ਕਿਉਂਕਿ ਅੱਜ ਇੱਥੇ ਅਕਾਲੀ ਦਲ ਸੇਵਾ ਕਰ ਰਿਹਾ ਹੈ, ਤੇ ਕੱਲ ਨੂੰ ਵੋਟਾਂ ਆਉਣਗੀਆਂ ਤੇ ਹੋਰ ਸੰਗਤ, ਹੋਰ ਪ੍ਰਬੰਧਕ ਵੀ ਆ ਸਕਦੇ ਆ। ਇਸ ਕਰਕੇ ਆਪਾਂ ਸੰਸਥਾ ਨੂੰ ਬਦਨਾਮ ਨਾ ਕਰੀਏ, ਸ੍ਰੀ ਅਕਾਲ ਤਖਤ ਸਾਹਿਬ ਨੂੰ ਬਦਨਾਮ ਨਾ ਕਰੀਏ, ਸਿੱਖ ਕੌਮ ਨੂੰ ਬਦਨਾਮ ਨਾ ਕਰੀਏ। ਹਾਂ, ਆਪਾਂ ਨਿੱਜੀ ਕਿਸੇ ਪਾਰਟੀ ਨਾਲ, ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਰੰਜਿਸ਼ ਹੈ, ਅਕਾਲੀ ਦਲ ਨੂੰ ਭੰਡੋ, ਠੀਕ ਹੈ, ਉਹਦੇ ਪ੍ਰਧਾਨ ਨੂੰ ਭੰਡੋ, ਉਹਦੀ ਐਗਜ਼ੈਕਟਿਵ ਨੂੰ ਭੰਡੋ, ਉਹਦੀ ਲੀਡਰਸ਼ਿਪ ਨੂੰ ਭੰਡੋ, ਪਰ ਸ਼੍ਰੋਮਣੀ ਜਿੰਨੇ ਮੁਲਾਜ਼ਮ ਹੈ, ਉਹ ਮੁਲਾਜ਼ਮ ਆਪਣੇ ਧੀ ਪੁੱਤ ਨੇ, ਆਪਣੇ ਬੱਚੇ ਹੈ, ਸਿੱਖ ਕੌਮ ਦੇ ਬੱਚੇ ਨੇ ਨਾ, ਸਿੱਖ ਕੌਮ ਦੇ ਬੱਚੇ ਨੇ। ਆਪਾਂ ਉਹਨਾਂ ਨੂੰ ਨਰੈਣੂ ਮਹੰਤ ਕਹੀ ਜਾਣਾ, ਆਪਾਂ ਉਹਨਾਂ ਨੂੰ ਗੁੰਡਾ ਬ੍ਰਿਗੇਡ ਕਹੀ ਜਾਣਾ, ਆਪਾਂ ਉਹਨਾਂ ਨੂੰ ਬਦਮਾਸ਼ ਕਹੀ ਜਾਣਾ, ਉਹ ਖਾਲੀ ਹੱਥ ਨੇ ਆਪਾਂ ਵੇਖੀ ਹੈ 3 ਦਿਨ ਤੋਂ। ਦੂਜੇ ਭਰਾ ਸਾਰੇ ਰਵਾਇਤੀ ਸ਼ਾਸਤਰ ਲੈ ਕੇ ਗਏ ਆ, ਸ਼ਾਸਤਰ ਲਿਆਣਾ ਹੀ ਬਣਦਾ, ਗੁਰੂ ਸਾਹਿਬ ਦਾ ਮੀਰੀ ਪੀਰੀ ਦਾ ਸਿਧਾਂਤ ਸਾਂਝਾ ਹੈਗਾ, ਸ਼ਾਸਤਰ ਲੈ ਕੇ ਗਏ ਆ ਆਪਾਂ ਉੱਥੇ। ਪਰ ਇਹ ਕੀ ਗੱਲ ਹੈ, ਉਹ ਮੁਲਾਜ਼ਮ ਤਾਂ ਆਪਣੇ ਕੌਮ ਦੇ ਹੈ, ਸ਼੍ਰੋਮਣੀ ਕਮੇਟੀ ਦੇ ਜਿੰਨੇ ਆਪਣੇ ਪੁੱਤ ਦੀਆਂ ਨੇ। ਹਾਂ, ਮੈਂ ਮਾੜਾ ਹੋ ਸਕਦਾ, ਮੈਂਬਰ ਮਾੜੇ ਹੋ ਸਕਦੇ, ਪਿੱਟੀ ਗੱਲ ਨੇ, ਐਜੈਕਟਿਵ ਮਾੜੀ ਹੋ ਸਕਦੀ ਹੈ। ਇਸ ਕਰਕੇ ਪਾਰਟੀ ਨੂੰ ਮਾੜਾ ਕਹੋ, ਐਜੈਕਟਿਵ ਨੂੰ ਮੇੜਾ ਕਹੋ, ਪਰ ਬੇਨਤੀ ਹੱਥ ਜੋੜ ਕੇ ਕਿ ਠੀਕ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਹੈ, ਉਹ ਕਿਸੇ ਪਾਰਟੀ ਦੀ ਨਹੀਂ। ਅਕਾਲ ਤਖਤ ਸਾਹਿਬ ਸਿੱਖ ਕੌਮ ਦਾਗਾ, ਆਪਾਂ ਉਹਨੂੰ ਬਦਨਾਮ ਨਾ ਕਰੀਏ, ਉੱਥੋਂ ਆਪਾਂ ਬਚਾ ਕਿਤੇ ਨਾ ਕਿਤੇ ਆਪਣੇ ਮਨ 'ਚ ਝਾਤੀ ਮਾਰੀਏ। ਹਾਂ, ਗੱਲਬਾਤ ਹੋ ਰਹੀ ਹੈ ਉੱਥੇ, ਉਹ ਭਰਾਵਾਂ ਨਾਲ ਵੀ ਹੋ ਰਹੀ ਹੈ। ਤੇ ਪਹਿਲਾਂ ਹਾਂ ਲੌਂਗੋਵਾਲ ਧਰਨਾ ਲਾਇਆ ਸੀ, ਜੋ ਕਿਹੜੀ ਪਾਰਟੀ ਹੈ ਆਪਣੀ ਨਵੀਂ ਬਣੀ ਹੈ ਢੀਂਡਸਾ ਸਾਹਿਬ ਦੀ, ਉਹ ਪਾਰਟੀ ਵੀ ਆਈ ਸੀ, ਉਹਦੇ ਨਾਲ ਵੀ ਗੱਲਬਾਤ ਹੋਈ ਹੈ ਪ੍ਰਧਾਨ ਸਾਹਿਬ ਦੀ। ਤੇ ਜਿਹੜੇ ਭਰਾ ਹੁਣ ਉੱਥੇ ਲੌਂਗੋਵਾਲ ਪ੍ਰੋਟੈਸਟ ਕਰ ਰਹੇ ਆ, ਉਹਨਾਂ ਦਾ ਹੱਕ ਹੈ, ਉਹ ਠੀਕ ਹੈ, ਸ਼ਾਂਤਮਈ ਦਾਣਾ ਮੰਡੀ 'ਚ ਕਰ ਰਹੇ ਆ, ਉੱਥੇ ਵੀ ਫਰਜ਼ ਬਣਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਕਿ ਉਹਨਾਂ ਨਾਲ ਦੀ ਗੱਲਬਾਤ ਹੋਵੇ, ਕਰ ਰਹੇ ਆ, ਰਾਬਤਾ ਚੱਲ ਰਿਹਾ ਹੈਗਾ। ਜੋ ਗਿਲੇ ਸ਼ਿਕਵੇ ਆ, ਅੱਜ ਲੜਾਈ ਤੁਸੀਂ ਜਿਹੜੀ ਕਿਸਾਨਾਂ ਵਾਲਾ ਮੁੱਦਾ ਹੈਗਾ, ਜਿਹੜੇ ਆਰਡੀਨੈਂਸ ਵਾਲਾ ਮੁੱਦਾ, ਇਹਦੇ ਵਿੱਚ ਵੀ ਕੱਲੀ ਤੁਸੀਂ ਕਿਸਾਨੀ ਦੀ ਗੱਲ ਨਾ ਸਮਝੋ, ਇਹ ਸਮਝ ਲਓ ਪੰਜਾਬ ਨੂੰ ਚੈਲੰਜ ਕੀਤਾ ਗਿਆ ਹੈ, ਠੀਕ ਹੈ, ਸਿੱਖ ਕੌਮ ਨੂੰ ਚੈਲੰਜ ਕੀਤਾ ਗਿਆ ਹੈ। ਇਹ ਆਪਾਂ ਨੂੰ ਇੱਕ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਜਦੋਂ ਪੰਜਾਬ ਦੇ ਲੋਕ ਦਿੱਲੀ ਵੱਲ ਆਉਂਦੇ ਆ, ਤਾਂ ਹਰਿਆਣਾ ਗਵਰਨਮੈਂਟ ਨਾਲ ਲੱਗ ਕੇ ਸਾਨੂੰ ਪਰਾਂ ਸੰਭੂ ਵੈਰੀਅੰਟ ਰੋਕਦੀ ਹੈ। ਮਤਲਬ ਕਹਿੰਦੀ ਹੈ ਵੀ ਤੁਸੀਂ, ਅਸੀਂ ਇਹ ਤਾਂ ਕਹਿੰਦੇ ਆ, ਜੇ ਸਾਨੂੰ ਦਿੱਲੀ ਨਹੀਂ ਆਉਣ ਦੇਣਾ, ਸਾਨੂੰ ਹਰਿਆਣਾ ਨਹੀਂ ਕ੍ਰਾਸ ਕਰ ਦੇਣਾ, ਸਾਨੂੰ ਵੱਖਰੇ ਕਰ ਦਿਓ, ਵੱਖਰੀ ਸਟੇਟ ਦੇ ਦਿਓ, ਸਾਨੂੰ ਵੱਖਰੀ ਸਟੇਟ ਦੇ ਦਿਓ ਨਾ, ਫਿਰ ਸਾਨੂੰ ਨਾ ਰੱਖੋ ਨਾਲ, ਤੁਸੀਂ ਕੋਈ ਇੱਕ ਪਾਸੇ ਤਾਂ ਕਰੋ, ਸਾਨੂੰ ਆਪਦੇ ਨਾਲ ਰੱਖ ਕੇ ਜੇ ਤੁਸੀਂ ਦੱਬੋਗੇ, ਜੇ ਤੁਸੀਂ ਕੁਚਲੋਗੇ, ਸਾਡਾ ਇਤਿਹਾਸ ਹੈ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਇਆ ਹੋਏ। ਇਹ ਨਰਿੰਦਰ ਮੋਦੀ ਜਾਂ ਕੈਪਟਨ ਅਮਰਿੰਦਰ ਇਹ ਨਾ ਸੋਚੇ ਕਿ ਸਿੱਖ ਕੌਮ ਨੂੰ ਮੈਂ ਆਪ ਚੜਾ ਕੇ ਭਰਾ ਮਾਰੂ, ਜੰਗ 'ਚ ਪਾ ਕੇ ਅਲਝਾੜੂ। ਪਰ ਜਦੋਂ ਸਾਡੇ ਭਰਾਵਾਂ ਨੂੰ ਇਹ ਅਹਿਸਾਸ ਹੋ ਗਿਆ, ਅਸੀਂ ਇੱਕ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਵਾਂਗ ਅਸੀਂ ਪਿੱਠਾਂ ਜੋੜ ਕੇ ਲੜਾਂਗੇ, ਅਸੀਂ ਇਕੱਠੇ ਹੋ ਕੇ ਚੱਲਾਂਗੇ। ਠੀਕ ਹੈ ਜੀ, ਸਾਡੇ ਨਾਲ ਸੀਗੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਸਾ ਹਲਕੇ ਤੋਂ ਮੈਂਬਰ ਗੁਰਪ੍ਰੀਤ ਸਿੰਘ ਚੱਬਰ ਸਾਹਿਬ ਬੜੀ ਬੇਬਾਕੀ ਦੇ ਨਾਲ ਉਹਨਾਂ ਨੇ ਸਾਰੇ ਸਵਾਲਾਂ ਦੇ ਤਕਰੀਬਨ ਜਵਾਬ ਦਿੱਤੇ। ਇੱਕ ਅੱਧਾ ਜੇ ਕੋਈ ਰਹਿ ਗਿਆ ਹੋ ਤਾਂ ਮੈਂ ਮਾਫੀ ਚਾਹਾਂਗਾ ਤੁਹਾਡੇ ਤੋਂ, ਪਰ ਫਿਰ ਵੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਜੋ ਕਿ ਆਪਣੇ ਪੱਖ ਜਿਹੜੇ ਹੈਗੇ ਰੱਖਿਆ। ਔਰ ਉਹਨਾਂ ਨੇ ਇਹੀ ਕਿਹਾ ਹੈ ਕਿ ਬਈ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਹੈ ਉਸ ਸੰਸਥਾ ਨੂੰ ਇਸ ਮਾਮਲੇ ਦੇ ਵਿੱਚ ਬਦਨਾਮ ਨਾ ਕੀਤਾ ਜਾਏ। ਹੋ ਸਕਦਾ ਉਹਦੇ ਪ੍ਰਬੰਧਕ ਜਾਂ ਕਿਤੇ ਨਾ ਕਿਤੇ ਉਹਦੇ ਮੁਲਾਜ਼ਮਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਖੋਟ ਹੋ ਸਕਦਾ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸ਼ਹੀਦਾਂ ਦੀ ਜਥੇਬੰਦੀ ਹੈਗੀ ਆ। ਸੋ ਮੈਨੂੰ ਲੱਗਦਾ ਹੈ ਕਿ ਜੇ ਉਹ ਸ਼ਹੀਦਾਂ ਦੀ ਜਥੇਬੰਦੀ ਹੈ ਤੇ ਸ਼ਾਇਦ ਸਾਰਿਆਂ ਨੂੰ ਉਹਦੀ ਮਾਨ ਮਰਿਆਦਾ ਦਾ ਵੀ ਖਿਆਲ ਜ਼ਰੂਰ ਹੋਣਾ ਚਾਹੀਦਾ ਹੈਗਾ। ਔਰ ਪ੍ਰਬੰਧਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਕਿਹੜੇ ਜਥੇਬੰਦੀ ਦੇ ਵਿੱਚ ਉਹ ਕੰਮ ਕਰ ਰਹੇ ਆ। ਚਲੋ ਕੌਮ ਦੇ ਵਿੱਚ ਗਿੱਲੇ ਸ਼ਿਕਵੇ ਆਪਸ ਦੇ ਵਿੱਚ ਹੋ ਜਾਂਦੇ ਹੈਗੇ ਜਿਹਦੇ ਕਰਕੇ ਮੋਰਚੇ ਲੱਗੇ ਆ। ਬੇਨਤੀ ਇਹੀ ਹੈ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਤਾਂ ਕਿ ਕੌਮ ਦਾ ਮਜ਼ਾਕ ਜੋ ਹੈ ਵਰਲਡ ਲੈਵਲ ਤੇ ਬਾਕੀ ਹੋਰ ਧਰਮਾਂ ਦੇ ਵਿੱਚ ਜਾਂ ਹੋਰ ਗੁੱਟਾਂ ਦੇ ਵਿੱਚ ਜਿਹੜਾ ਹੈਗਾ ਨਾ ਉੜ ਸਕੇ। ਸੋ ਇਸ ਮੁੱਦੇ ਨੂੰ ਜਲਦੀ ਹੱਲ ਕਰਨ ਵਾਸਤੇ ਬੇਨਤੀ ਵੀ ਮੈਂਬਰ ਸਾਹਿਬ ਨੂੰ ਜਿੱਥੇ ਕੀਤੀ ਜਾਂਦੀ ਸ਼੍ਰੋਮਣੀ ਕਮੇਟੀ ਨੂੰ ਕੀਤੀ ਜਾਂਦੀ ਆ, ਉੱਥੇ ਇਹ ਵੀ ਬੇਨਤੀ ਕਿ ਜ਼ਰੂਰ ਘੋਖ ਕਰਕੇ ਪੜਤਾਲ ਕੀਤੀ ਜਾਵੇ ਕਿ ਉਹ 328 ਸਰੂਪ ਕੀ ਉਹ ਸਹੀ ਮਾਇਨਿਆਂ ਦੇ ਵਿੱਚ ਕੀ ਗੁਰੂ ਘਰਾਂ ਦੇ ਵਿੱਚ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਨਹੀਂ, ਜਾਂ ਜੇ ਕੋਈ ਹੋਰ ਤੱਤ ਨਿਕਲਦੇ ਆ ਤੇ ਜਲਦੀ ਉਸ ਦੇ ਉੱਪਰ ਇੱਕ ਨਾ ਕੋਈ ਨਾ ਕੋਈ ਜੋ ਘੋਖ ਉਹਦੀ ਜ਼ਰੂਰ ਕੱਢੀ ਜਾਵੇ, ਹੱਲ ਕੱਢਿਆ ਜਾਵੇ। ਇੱਥੇ ਹੀ ਆਪਾਂ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਗੁਰੂ ਫਤਿਹ ਦੀ ਅਸੀਂ ਸਾਂਝ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ, ਖੁੱਲਾ ਸਮਾਂ ਦਿੱਤਾ ਹੋਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜਵਾਬ ਦਿੱਤੇ। ਗੁਰੂ ਫਤਿਹ ਦੀ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲਾਂ ਚੱਕਾਂ ਦੀ ਮਾਫੀ। ਦੇਖਦੇ ਰਹੋ ਜੀ ਅਕਾਲ ਚੈਨਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।